सतनाम श्री वाहिगुरु साहिब जीओ। देव भेव ना जानही, जह वेद और कतेव। रूप रंग ना जात पात, सो जानी कह जे। तात मात ना जात जागर, जन्म मरण बहीन। चकर बकर फिरै, चतर चक मानी फुरती। लोक 14 के बिखै, जग जापी जिह जाप। आद देव अनाद मूरत, थाप्यो सपै जिह थाप। परम रूप पुनीत मूरत, पूर्ण पुरख अपार। सर्व विश्व रच्यो स्वयं भव, गणन भंजन हार। परम रूप पुनीत मूरत, पूर्ण पुरख अपार। सर्व विश्व रच्यो स्वयं भव, गणन भंजन हार। वाहिगुरु जी का खालसा, वाहिगुरु जी की फतेह। परम सत्कार ते सन्मानियो चवर छत्र तखत दे मालक, जुगो जुग अटल सर्व संजीवालता दे पैगंबर, दीन अते दुनिया दे राखे, मनुखता दे सांझे रहबर, गुरता गद्दी ते सुहायमान हल्त पलत के रखे। साहिबे कमाल, साहिबे जमाल, साहिबे बरकत, रोशने चिराग। धन 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 साहिब श्री गुरु ग्रंथ साहिब जी महाराज। सतगुरां दी अपार कृपा बख्शिश रहमत दा सदका आप सरबत माई पाई हर रोज की तरह सतगुरां दे पावन पवित्र गुरधाम गुरुद्वारा सिंह शहीद अमृत वेले दे दीवाना च गुरु दरबार दीयां हाजरियां भर के अपना मनुखा जीवन सफल कर रहे हो वडभागे हो। बहुत प्यार दे नाल आपनियां ने इलाही गुरबाणी दे कीर्तन सरवण कीते ने। उपरंत श्री जाप साहब पाक पवित्र बाणी दी जो लड़ीवार विचार चल रही है, आओ रल मिल के सतगुरां वालों मिले हुए समय दे विच रह के विचारण और समझण दा यतन करिए। नाल नाल उस अकाल पुरख वाहिगुरु परमात्मा दा शुकराना, उहदा धन्नवाद भी करिए जिस परमात्मा नूं धन गुरु गोबिंद सिंह साहब पातशाह नमस्कारां कर रहे ने, जिस परमात्मा दीयां सिफतां उहदे गुण दस रहे ने, उस सर्व गुण संपन्न अकाल पुरख वाहिगुरु नूं आपां रल मिल सारियां ने जिथे नमस्कार करनी उत्थे उहदा धन्नवाद भी करना, क्योंकि उन्हें साडे ते परोपकार बहुत कीते ने, कर रहा है। वैसे किसी दे कीते उपकारां बदले उस नाल कोई चंगा विहार करन दी थां उहदा धन्नवाद उहदा शुकराना करन दी थां सगों ना शुकरा होके ਉਹਦੇ ਨਾਲ बदसलूकी करे ਉਹਨੂੰ अकिरत घण किया जाता है। ਸਾਡੇ समाज ਦੇ ਵਿੱਚ भी अकिरत घण किया जाता है और धर्म की दुनिया में भी अकिरत घण किया जाता है ਜਿਹੜਾ ਕਿਸੇ ਦੇ उपकार ਨੂੰ ਭੁਲਾ दे। ਇਹੋ ਜਿਹੇ ਇਨਸਾਨ ਨੂੰ ਦੋਨੇ ਪਾਸੇ ਧਰਕਾਰਾਂ ਨੇ, ਧਰਮ ਦੇ ਅੰਦਰ ਵੀ समाज ਦੇ ਅੰਦਰ ਵੀ। ਮਾੜਾ ਗਿਣਿਆ ਜਾਂਦਾ ਹੈ ਜਿਹੜਾ ਕੋਈ ਅਹਿਸਾਨ ਫਰਾਮੋਸ਼ ਹੋਵੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਉਹ ਕਹਿੰਦੇ ਨੇ, ਜਦੋਂ ਕਿਸੇ ਮਨੁੱਖ ਨੂੰ ਪਰਮੇਸ਼ਰ ਦੀ ਯਾਦ ਹੀ ਭੁੱਲ ਗਈ, ਜਿਸ ਨੇ ਇਹਨੂੰ ਜੀਵਨ ਦਾਨ ਦਿੱਤਾ, ਇਹਦਾ ਰਚਨ ਰਚਿਆ, ਇਹਨੂੰ ਸਵਾਸ ਦਿੱਤੇ, ਇਹਨੂੰ ਗੁਣ ਦਿੱਤੇ, ਮਾਂ ਬਾਪ ਦਿੱਤੇ, ਘਰ ਪਰਿਵਾਰ ਰਿਜ਼ਕ ਸਭ ਕੁਝ ਦਿੱਤਾ,
ਤਾਂ ਉਹ ਦਿਨ ਰਾਤ ਫਿਰ ਸੁੱਖ ਚੈਨ ਗਵਾ ਕੇ ਜਲਦਾ ਹੀ ਫਿਰਦਾ ਹੈ। ਉਹਦੇ ਅੰਦਰ ਉਹਨੂੰ ਵਿਕਾਰਾਂ ਦੀ ਅੱਗ ਸਾੜਦੀ ਰਹਿੰਦੀ ਹੈ, ਕਿਉਂਕਿ ਜਿਹਨੇ ਇਹ ਸਭ ਕੁਝ ਦਿੱਤਾ ਉਹਨੂੰ ਭੁੱਲ ਗਿਆ। ਉਹਦਾ ਖਮਿਆਜ਼ਾ ਕੀ ਭੁਗਤਣਾ ਪੈ ਰਿਹਾ? ਵਿਕਾਰਾਂ ਦੀ ਅੱਗ ਵਿੱਚ ਸੜ ਰਿਹਾ। ਔਰ ਐਸੇ ਇਨਸਾਨ ਨੂੰ ਅਕਿਰਤ ਘਣ ਕਿਹਾ ਜਾਂਦਾ। ਔਰ ਇਹੋ ਜਿਹੇ ਅਕਿਰਤ ਘਣ ਨੂੰ ਕੋਈ ਵੀ ਨਹੀਂ ਰੱਖਦਾ। ਜ਼ਿੰਦਗੀ ਦੁੱਖਾਂ ਦੇ ਵਿੱਚ, ਨਰਕਾਂ ਵਿੱਚ ਗੁਜ਼ਾਰਦਾ। ਉਹਦੀ ਜ਼ਿੰਦਗੀ ਜਿਉਂਦੇ ਜੀ ਦੁੱਖ ਬਣ ਜਾਂਦੀ, ਇੱਕ ਨਰਕ ਬਣ ਜਾਂਦੀ ਹੈ। ਮਹਾਰਾਜ ਸਾਹਿਬ ਦੇ ਬੜੇ ਪਿਆਰੇ ਬਚਨ ਨੇ, ਜਿਸ ਨੂੰ ਵਿਸਰੈ ਪੁਰਖ ਵਿਧਾਤਾ। ਪੁਰਖ ਜਿਹੜਾ ਸਾਰੀਆਂ ਥਾਵਾਂ ਤੇ ਸਰਵ ਵਿਆਪਕ, ਵਿਧਾਤਾ ਜਿਹੜਾ ਸਿਰਜਣਹਾਰ ਹੈ। ਜਿਹਨੇ ਇਹ ਵਿਧ ਬਣਾਈ, ਉਸ ਵਿਧਾਤੇ ਨੇ ਇਹ ਸਾਰਾ ਸੰਜੋਗ ਤੇ ਵਿਜੋਗ ਦੀ ਕਾਰ ਵਿੱਚ ਇਸ ਸ੍ਰਿਸ਼ਟੀ ਨੂੰ ਬਣਾ ਦਿੱਤਾ। ਜਲਤਾ ਫਿਰੈ ਰਹਿ ਨਿਤ ਤਾਤਾ, ਉਹਨੂੰ ਭੁੱਲ ਕੇ ਇਨਸਾਨ ਵਿਕਾਰਾਂ ਦੀ ਅੱਗ 'ਚ ਸੜ ਰਿਹਾ। ਅਕਿਰਤ ਘਣੈ ਕੋ ਰੱਖਿਆ ਨਾ ਕੋਈ, ਨਰਕ ਘੋਰ ਮਹਿ ਪਾਵਣਾ। ਰੱਬ ਨੂੰ ਭੁਲਾਉਣ ਵਾਲੇ ਇਨਸਾਨ ਅਕਿਰਤ ਘਣ ਨੂੰ ਕੋਈ ਨਹੀਂ ਚੱਲਦਾ। ਅਕਿਰਤ ਘਣ ਦੀ ਇਹ ਖਾਸੀਅਤ ਹੈ ਕਿ ਹਮੇਸ਼ਾ ਜਿੰਨਾ ਕਿਸੇ ਨੇ ਜ਼ਿਆਦਾ ਭਲਾ ਕੀਤਾ ਹੁੰਦਾ ਹੈ, ਉਨਾ ਹੀ ਉਸ ਨਾਲੋਂ ਜ਼ਿਆਦਾ ਅਕਿਰਤ ਘਣਤਾ ਕਰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਕਿ ਮਾਤਾ ਪਿਤਾ ਨਾਲ ਵੀ ਸ਼ੁਕਰਾਨੇ ਦਾ ਫਰਜ਼ ਨਿਭਾਉਣ ਦੀ ਥਾਂ, ਜਦੋਂ ਉਹਨਾਂ ਕੋਲੋਂ ਕੋਈ ਹੋਰ ਸੁੱਖ ਮਿਲਣ ਦੀ ਆਸ ਖਤਮ ਹੋ ਜਾਵੇ, ਬਜ਼ੁਰਗ ਹੋ ਜਾਣ, ਕੋਈ ਹੋਰ ਅਚਾਨਕ ਏਦਾਂ ਦਾ ਭਾਣਾ ਵਾਪਰ ਜਾਏ, ਤਾਂ ਉਹਨਾਂ ਨਾਲ ਵੀ ਫਿਰ ਮਾੜਾ ਵਤੀਰਾ ਕਰਦਾ। ਜੰਮੈ ਸਾਈਂ ਵਿਸਾਰਿਆ, ਵੀ ਵਾਹਿਆ ਤਾਂ ਮਾਂ ਪਿਓ ਵਿਸਾਰੇ। ਜਦੋਂ ਜਨਮ ਹੋਇਆ ਪਰਮਾਤਮਾ ਭੁਲਾ ਦਿੱਤਾ, ਜਦੋਂ ਵਿਆਹ ਹੋਇਆ ਮਾਂ ਬਾਪ ਵਿਸਾਰ ਦਿੱਤਾ। ਅੱਜ ਇਹ ਪਤਾ ਨਹੀਂ ਸਾਡੇ ਸਮਾਜ ਵਿੱਚ ਕਿਹੋ ਜਿਹੀ ਹਵਾ ਚੱਲੀ ਹੈ। ਕਿਸੇ ਮਾਪਿਆਂ ਦੇ 2 ਪੁੱਤ ਹੋਣ, 3 ਹੋਣ, 4 ਹੋਣ, ਕੁਆਰੇ ਉਹ ਕਦੇ ਨਹੀਂ ਕਹਿੰਦੇ ਅਸੀਂ ਅਲੱਗ ਹੋਣਾ। ਨਾ ਉਹਨਾਂ ਨੂੰ ਕਰਨ ਦੀ ਲੋੜ ਪੈਂਦੀ ਹੈ, ਨਾ ਉਹਨਾਂ ਦੀ ਆਪਣੀ ਕੋਈ ਇੱਛਾ ਹੁੰਦੀ ਹੈ। ਘਰ ਦੇ ਹਾਲਾਤ ਜਿਹੋ ਜਿਹੇ ਮਰਜ਼ੀ ਹੋਣ, ਪਰ ਜਿਵੇਂ ਹੀ ਵਿਆਹ ਹੋਇਆ, ਮਹੀਨੇ 2 ਮਹੀਨਿਆਂ 'ਚ ਹੀ ਗੱਲਾਂ ਚੱਲਣ ਲੱਗ ਪੈਂਦੀਆਂ ਕਿ ਅਲੱਗ ਹੋਣਾ। ਵਿਆਹ ਤੋਂ ਬਾਅਦ ਐਸਾ ਮਾਹੌਲ ਕਿਉਂ ਬਣਦਾ? ਭਾਈ ਗੁਰਦਾਸ ਸਾਹਿਬ ਨੇ ਕਿਹਾ, ਵਿਵਾਹਿਆ ਮਾਂ ਪਿਓ ਵਿਸਾਰੇ। ਜਦੋਂ ਵਿਆਹ ਹੋਇਆ ਮਾਂ ਬਾਪ ਵਿਸਾਰ ਦਿੱਤੇ, ਜਾਂ ਆਪ ਘਰੋਂ ਚਲੇ ਗਏ ਜਾਂ ਉਹਨਾਂ ਨੂੰ ਘਰੋਂ ਕੱਢ ਦਿੱਤਾ। ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ। ਘਰ ਵਾਲੀ ਨੂੰ ਲੈ ਕੇ ਪੁੱਤ ਅਲੱਗ ਹੋਇਆ, ਮਾਂ ਬਾਪ ਦੇ ਪਰਉਪਕਾਰ ਵਿਸਾਰ ਦਿੱਤੇ। ਅਕਿਰਤ ਘਣ ਫਿਰ ਬਣਿਆ। ਤੇ ਦੂਸਰਾ ਜਿਹੜਾ ਹੈ, ਉਹ ਹਰ ਵਕਤ ਭਲਾ ਮੰਗਣ, ਭਲਾ ਦੇਣ, ਭਲਾ ਕਰਨ, ਭਲਾ ਚਾਹੁਣ ਵਾਲੇ ਗੁਰੂ ਨਾਲ ਵੀ ਰਿਸ਼ਤਾ ਜੁੜਦਾ ਹੈ। ਅਕਿਰਤ ਘਣ ਕਦੇ ਗੁਰੂ ਨਾਲ ਵੀ ਚੰਗਾ ਵਰਤਾਵ ਨਹੀਂ ਕਰਦਾ। ਸਿਰਫ ਇੱਕ ਵਰਤਦਾ। ਉਹ ਜੇ ਵਿਆਹ ਵਿੱਚ ਲੋੜ ਹੈ ਵੀ ਗੁਰੂ ਬਿਨਾਂ ਨਹੀਂ ਸਰਨਾ, ਲਾਵਾਂ ਕਰਨੀਆਂ, ਉਦੋਂ ਲਿਆ। ਘਰ ਵਿੱਚ ਕੋਈ ਮਰਗ ਹੋ ਗਈ, ਪਤਾ ਵੀ ਨਹੀਂ ਸਰਨਾ, ਪਾਠ ਤਾਂ ਕਰਾਉਣਾ ਹੀ ਪੈਣਾ, ਉਦੋਂ ਲਿਆ। ਕੋਈ ਅੰਦਰੋਂ ਗੁਰੂ ਨਾਲ ਲਗਾਵ ਨਹੀਂ ਹੈ, ਬਲਕਿ ਹਰ ਵਕਤ ਵਿਰੋਧਤਾ ਦੀ ਗੱਲ ਕਰੇਗਾ। ਅੱਜ ਵੀ ਹੈ, ਜਦੋਂ ਗੁਰੂ ਸਾਹਿਬਾਨ ਸਰੀਰ ਕਾਲ ਵਿੱਚ ਸੀ, ਉਦੋਂ ਵੀ ਗੁਰੂਆਂ ਨਾਲ ਵਿਰੋਧਤਾ ਬੜੇ ਲੋਕ ਕਰਦੇ। ਗੁਰੂ ਨਾਨਕ ਸਾਹਿਬ ਨੂੰ ਕੋਈ ਆਖੇ ਭੂਤਨਾ ਕੋ ਕਹਿ ਬਿਤਾਲਾ। ਗੁਰੂ ਅੰਗਦ ਦੇਵ ਪਾਤਸ਼ਾਹ ਨਾਲ ਤਪੇ ਜੋਗੀ ਵਰਗੇ ਵਿਰੋਧ ਕਰ ਰਹੇ ਆ। ਗੁਰੂ ਅਮਰਦਾਸ ਪਾਤਸ਼ਾਹ ਨੂੰ ਕਦੇ ਬਾਬਾ ਦਾਤੂ ਜੀ ਲੱਤ ਮਾਰਦੇ ਆ, ਕਦੇ ਉਹਨਾਂ ਦੇ ਬਾਰ ਵਿੱਚ ਦਰਵਾਜ਼ੇ ਤੇ ਬੈਠਾ ਇੱਕ ਫਕੀਰ ਦਿਨ ਰਾਤ ਨਿੰਦਿਆ ਕਰਦੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨਾਲ ਉਹਨਾਂ ਦਾ ਸਕਾ ਪੁੱਤ ਪਿਰਥੀ ਚੰਦ ਵਿਰੋਧ ਕਰ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਨਾਲ ਸਕਾ ਭਰਾ ਪਿਰਥੀ ਚੰਦ ਵਿਰੋਧ ਕਰ ਰਿਹਾ।
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾਲ ਸਕਾ ਤਾਇਆ ਪ੍ਰਿਥੀ ਚੰਦ ਵਿਰੋਧ ਕਰ ਰਿਹਾ। ਕਿੰਨੇ ਰਿਸ਼ਤੇ ਆ। ਗੁਰੂ ਹਰਰਾਏ ਸਾਹਿਬ ਪਾਤਸ਼ਾਹ ਦੇ ਘਰ ਵਿੱਚ ਉਹਨਾਂ ਦਾ ਸਕਾ ਪੁੱਤ ਬਾਬਾ ਰਾਮ ਰਾਏ ਉਹ ਵਿਰੋਧ ਵਿੱਚ ਆ ਗਿਆ। ਇਹ ਗੁਰੂ ਕਾਲ ਵੇਲੇ ਵੀ ਚੱਲਦਾ ਆਇਆ, ਅੱਜ ਵੀ ਹੈ। ਉਹ ਕਿਹੋ ਜਿਹੇ ਲੋਕ ਹੋਣਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ, ਵਿਰੋਧ ਵਿੱਚ ਹੀ ਹੋਇਆ। ਪਰ ਐਸੇ ਅਕਿਰਤ ਕਣ ਲੋਕ ਜਿਹੜੇ ਆਪਣੇ ਮਾਂ ਬਾਪ ਦੇ ਪਰਉਪਕਾਰ ਵਿਸਾਰ ਦੇਣ, ਆਮ ਸੰਸਾਰ ਵਿੱਚ ਕਿਸੇ ਨੇ ਸਾਡਾ ਕੰਮ ਸਵਾਰਿਆ ਉਹਦਾ ਪਰਉਪਕਾਰ ਵਿਸਾਰ ਦੇਣ, ਬਲਕਿ ਜਿਹਨੂੰ ਰੱਬ ਨੇ ਜਨਮ ਦਿੱਤਾ, ਰੱਬ ਨੂੰ ਭੁੱਲ ਗਿਆ, ਉਹਦੇ ਪਰਉਪਕਾਰ ਵਿਸਾਰ ਦਿੱਤੇ, ਤੇ ਆਮ ਤੋਂ ਉਹਦਾ ਕੋਈ ਲੱਗਦਾ ਕੁਛ ਨਹੀਂ। ਗੁਰੂ ਦਾ ਵੀ ਉਹ ਧੰਨਵਾਦ, ਉਹ ਸ਼ੁਕਰਾਨਾ ਨਹੀਂ ਕਰ ਸਕੇਗਾ। ਮਹਾਰਾਜ ਕਹਿੰਦੇ ਇਹ ਗੱਲ ਵੱਖਰੀ ਹੈ ਕਿ ਰੱਬ ਪਰਮਾਤਮਾ ਜਿਹੜਾ ਹੈ ਉਹ ਬਖਸ਼ੰਦ ਹੈ, ਉਹਦਾ ਸੁਭਾਅ ਸਦਾ ਹੀ ਬਖਸ਼ਣ ਵਾਲਾ ਹੈ, ਸਦਾ ਹੀ ਦਿਆਲਤਾ ਵਾਲਾ ਹੈ, ਸਦਾ ਹੀ ਕਿਰਪਾਲੂ ਹੈ। ਉਹ ਅਕਿਰਤ ਕਣਾਂ ਨੂੰ ਵੀ ਪਾਲਦਾ ਹੈ। ਅਸੀਂ ਤਾਂ ਸਾਡਾ ਕਿਸੇ ਨਾਲ ਵਿਰੋਧ ਹੋਵੇ, ਉਹਦੇ ਨਾਲ ਵਿਤਕਰਾ ਜਾਂ ਉਹਨੂੰ ਦੁਖੀ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ, ਪਰ ਰੱਬ ਐਵੇਂ ਨਹੀਂ ਕਰਦਾ। ਉਹ ਜਿਵੇਂ ਭਗਤਾਂ ਨੂੰ ਪਾਲਦਾ ਉਵੇਂ ਅਕਿਰਤ ਕਣਾਂ ਨੂੰ ਪਾਲਦਾ। ਕਿੰਨਾ ਬਖਸ਼ੰਦ ਸੁਭਾਅ ਹੈ ਉਹਦਾ, ਅਕਿਰਤ ਕਣਾਂ ਨੂੰ ਪਾਲਦਾ ਭਾਈ। ਪਰ ਅਕਿਰਤ ਕਣ ਹਮੇਸ਼ਾ ਵਿਰੋਧਤਾ ਵਿੱਚ ਹੈ। ਇੱਕ ਦਿਨ ਵੀ ਉਹਦੇ ਕੋਈ ਮੁਖ ਤੋਂ ਰਸਨਾ ਤੋਂ ਰੱਬ ਦਾ ਜਾਂ ਗੁਰੂ ਦਾ ਸ਼ੁਕਰਾਨਾ ਨਹੀਂ ਨਿਕਲਦਾ। ਇਸ ਕਰਕੇ ਸਤਿਗੁਰੂ ਪੁੱਛਦੇ ਨੇ, ਜਿਸ ਕਾ ਦੀਆ ਪਹਿਨੇ ਖਾਏ ਤਿਸ ਸਿਉ ਆਲਸ ਕਿਉਂ ਬਨੈ ਮਾਏ। ਜਿਹਦਾ ਦਿੱਤਾ ਹੋਇਆ ਤੂੰ ਖਾ ਰਿਹਾ, ਪਹਿਨ ਰਿਹਾ, ਉਹਨੂੰ ਯਾਦ ਕਰਨ ਵਿੱਚ ਆਲਸ ਕਿਉਂ? ਫਿਰ ਤੂੰ ਅਕਿਰਤ ਕਣ ਹੋਏਗਾ ਜੇ ਉਹਨੂੰ ਯਾਦ ਨਹੀਂ ਕਰੇਗਾ। ਔਰ ਭਾਈ ਗੁਰਦਾਸ ਸਾਹਿਬ ਨੇ ਇੱਕ ਆਪਣੀ ਪੌੜੀ ਦੇ ਵਿੱਚ ਅਕਿਰਤ ਕਣ ਬੰਦੇ ਦੀ ਦਾਸਤਾਨ, ਜਿਹੜਾ ਉਹਦਾ ਜੀਵਨ ਕਿਹੋ ਜਿਹਾ, ਉਹਦਾ ਭਾਰ ਕਿੰਨਾ ਧਰਤੀ ਦੇ ਉੱਪਰ, ਉਹ ਸਾਰੇ ਹਾਲਾਤ ਦਾ ਬਿਆਨਾਤ ਕੀਤਾ। ਧਰਤੀ ਨੇ ਰੱਬ ਅੱਗੇ ਪੁਕਾਰ ਕੀਤੀ ਕਿ ਮੇਰੇ ਤੋਂ ਭਾਰ ਨਹੀਂ ਸਹਿਣ ਹੁੰਦਾ। ਰੱਬ ਨੇ ਪੁੱਛਿਆ ਕਿਸ ਚੀਜ਼ ਦਾ ਭਾਰ ਹੈ? ਕਿਉਂਕਿ ਧਰਤੀ ਮਾਤਾ ਹੈ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਮਾਂ ਦਾ ਸੁਭਾਅ ਹੁੰਦਾ ਆਪਣੇ ਪੁੱਤ ਦੇ ਔਗਣਾਂ ਨੂੰ ਮਾਫ ਕਰ ਦੇਣਾ। ਮਾਂ ਤਾਂ ਜਿਹੜਾ ਬੱਚਾ ਅਪਾਹਜ ਹੋਵੇ ਉਹਨੂੰ ਸਗੋਂ ਜ਼ਿਆਦਾ ਸੰਭਾਲਦੀ ਹੈ। ਜਿਹੜਾ ਲੱਗੇ ਵੀ ਨਲਾਇਕ ਹੈ ਉਹਦਾ ਉਸ ਤੋਂ ਵੱਧ ਖਿਆਲ ਰੱਖਦੀ ਹੈ। ਲਾਇਕ ਦਾ ਤਾਂ ਪਤਾ ਵੀ ਇਹ ਠੀਕ ਜਾ ਰਿਹਾ। ਇਹ ਨਹੀਂ ਕਿ ਉਹਦੇ ਨਾਲ ਫਰਕ ਹੈ, ਉਹਦੇ ਨਾਲ ਕੋਈ ਵਿਤਕਰਾ ਜਾਂ ਉਹਨੂੰ ਬੁਲਾਉਣਾ ਹੀ ਛੱਡ ਦਿੱਤਾ, ਨਹੀਂ, ਉਹਦੇ ਤੇ ਧਿਆਨ ਜ਼ਿਆਦਾ ਕੇਂਦਰਿਤ ਕਰਦੀ ਹੈ ਕਿ ਇਹਦਾ ਵੀ ਜੀਵਨ ਸੁਧਰ ਜਾਏ, ਕਿਤੇ ਵਿਗੜ ਨਾ ਜਾਏ, ਕਿਉਂਕਿ ਮਾਂ ਹੈ। ਪਰ ਧਰਤੀ ਮਾਂ ਤਾਂ ਸਗੋਂ ਰੱਬ ਅੱਗੇ ਪੁਕਾਰ ਕਰ ਰਹੀ ਹੈ। ਮਾਂ ਦਾ ਕੰਮ ਔਗਣਾਂ ਨੂੰ ਮਾਫ ਕਰਨਾ, ਲੇਕਿਨ ਮਾਂ ਰੱਬ ਅੱਗੇ ਪੁਕਾਰ ਕਰ ਰਹੀ ਹੈ ਕਿ ਤੇਰੀ ਰਜ਼ਾ ਵਿੱਚ ਪੈਦਾ ਹੋਏ ਅਸਮਾਨਾਂ ਨੂੰ ਛੂਹਣ ਵਾਲੇ ਜਿਹੜੇ ਪਰਬਤ ਨੇ, ਇਹ ਵੀ ਕਦੇ ਭਾਰੇ ਨਹੀਂ ਲੱਗੇ। ਲੋਕਾਂ ਨੇ ਆਪਣੇ ਸੁੱਖ ਆਰਾਮ ਲਈ ਬੜੇ ਵੱਡੇ ਵੱਡੇ ਘਰ, ਮਹਿਲ, ਕਿਲੇ, ਬੰਗਲੇ ਬਣਾਏ ਆ, ਮੈਨੂੰ ਉਹ ਵੀ ਕਦੇ ਭਾਰੇ ਨਹੀਂ ਲੱਗੇ। ਦਿਨ ਰਾਤ ਸਮੁੰਦਰਾਂ, ਨਦੀਆਂ, ਨਾਲਿਆਂ ਦਾ ਪਾਣੀ ਮੈਂ ਆਪਣੇ ਉੱਪਰ ਇੰਨਾ ਟਿਕਾ ਕੇ ਰੱਖਿਆ, ਮੈਨੂੰ ਉਹ ਵੀ ਕਦੇ ਭਾਰੇ ਨਹੀਂ ਲੱਗੇ। ਦਰਖਤਾਂ ਦਾ ਭਾਰ ਨਹੀਂ ਮੈਨੂੰ ਕਦੇ ਲੱਗਿਆ, ਬਨਸਪਤੀ ਦਾ ਭਾਰ ਨਹੀਂ ਲੱਗਿਆ। ਇਹਨਾਂ ਦੇ ਭਾਰ ਕਰਕੇ ਮੈਂ ਦੁਖੀ ਨਹੀਂ, ਬਲਕਿ ਸੁਖੀ ਮਹਿਸੂਸ ਕਰ ਰਹੀ ਹਾਂ। ਸੰਸਾਰ ਆਪ ਵੀ ਭਾਵੇਂ ਆਬਾਦੀ ਦੇ ਵੱਧ ਜਾਣ ਦਾ ਡਰ ਮਹਿਸੂਸ ਕਰ ਰਿਹਾ ਹੈ, ਪਰ ਮੈਨੂੰ ਕਦੇ ਤੇਰੇ ਪੈਦਾ ਕੀਤੇ ਹੋਏ ਜੀਵ ਜੰਤੂਆਂ ਦਾ ਭਾਰ ਨਹੀਂ ਲੱਗਿਆ। ਆਪਾਂ ਹਰ ਵੇਲੇ ਪ੍ਰਮਾਤਮਾ ਤੁਹਾਡੇ ਸ਼ੁਕਰਾਨੇ ਵਿੱਚ ਰਹੇ, ਲੇਕਿਨ ਇੰਨਾ ਸਾਰਾ ਕੁਝ ਦੱਸ ਕੇ ਧਰਤੀ ਪੁਕਾਰ ਕਰ ਰਹੀ ਹੈ ਕਿ ਮੈਨੂੰ ਅਕਿਰਤ ਕਣਾਂ ਦਾ ਭਾਰ ਚੁੱਕਣਾ ਇੱਕ ਮੁਸੀਬਤ ਲੱਗਦੀ। ਜਿਹਨੇ ਇੰਨੇ ਸਮੁੰਦਰਾਂ ਦਾ ਪਾਣੀ, ਇੰਨੇ ਵੱਡੇ ਘਰ-ਬਾਰ, ਇੰਨੀ ਬਨਸਪਤੀ, ਇੰਨਾ ਕੁਝ ਆਪਣੇ ਆਪ ਤੇ ਟਿਕਾਇਆ ਹੋਇਆ, ਉਹਦਾ ਭਾਰ ਨਹੀਂ। ਅਕਿਰਤ ਕਣ ਬੰਦੇ ਦਾ, ਇੱਕ ਛੋਟੇ ਜਿਹੇ ਜੀਵ ਦਾ ਭਾਰ ਚੱਕਣਾ ਨੂੰ ਔਖਾ ਲੱਗਦਾ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ, ਨਾ ਤਿਸ ਭਾਰੇ ਸਾਇਰਾਂ ਨਦਵਾ ਬਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਰੰਦੇ, ਭਾਰੇ ਭੋਏ ਅਕਿਰਤ ਕਣ ਮੰਦੀ ਹੁੰਦੇ। ਇਹ ਕਿਰਤ ਕਣਾਂ ਦਾ ਮੈਨੂੰ ਭਾਰ ਹੈ
ਇਸ ਲਈ ਅੱਜ ਆਪਣੇ ਮਨਾਂ ਵਿੱਚ ਝਾਤ ਮਾਰੀਏ। ਵਿਸ਼ੇ ਥੋੜੇ ਇਹ ਲੰਮੇਰੇ ਹੁੰਦੇ ਆ, ਮੈਂ ਸਿਰਫ ਇੱਕ ਟੂਕ ਮਾਤਰ ਬੇਨਤੀ ਕਰਦਾ ਹੁੰਦਾ ਕਿ ਹਰ ਰੋਜ਼ ਕੋਈ ਨਾ ਕੋਈ ਗੁਰੂ ਦਾ ਗੁਣ ਸਾਡੇ ਮਨ 'ਚ ਵਸ ਜਾਏ ਤੇ ਇੱਕ ਅੱਧਾ ਔਗਣ ਅਸੀਂ ਇੱਥੇ ਛੱਡ ਜਾਈਏ। ਕਿਉਂਕਿ ਜਦੋਂ ਜਾਪ ਸਾਹਿਬ ਦੀ ਲੜੀਵਾਰ ਕਥਾ ਸ਼ੁਰੂ ਹੋ ਜਾਂਦੀ ਆ, ਫਿਰ ਉਹ ਜੋ ਪੰਗਤੀਆਂ ਨੇ ਉਹਦੇ ਹਿਸਾਬ ਨਾਲ ਹੀ ਕਥਾ ਚੱਲਦੀ ਹੈ, ਤੇ ਨਾਲ ਚਲੋ ਕੁਝ ਗੁਰਬਾਣੀ ਦੇ ਵਿਸ਼ੇ ਵੀ ਜਿਨ੍ਹਾਂ ਨੂੰ ਅਸੀਂ ਇੱਕ ਪੰਛੀ ਝਾਤ ਵਜੋਂ ਵੇਖਣਾ ਹੁੰਦਾ ਹੈ, ਤੇ ਜਿਹਦੇ ਵਿੱਚੋਂ ਕੋਈ ਨਾ ਕੋਈ ਬਚਨ ਸਤਿਗੁਰੂ ਹਰ ਰੋਜ਼ ਬਖਸ਼ਦੇ ਆ ਤੇ ਜਿਹੜਾ ਸਾਡੇ ਮਨ ਤੱਕ ਪਹੁੰਚ ਕਰਦਾ ਹੈ, ਤੇ ਜੇ ਕੋਈ ਮਨ 'ਚ ਉਹਨੂੰ ਵਸਾ ਲਏ ਤੇ ਭਲਾ ਹੋ ਜਾਏਗਾ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆ, ਭਾਈ ਜੇ ਤਿਸ ਸਿਉ ਬੇਮੁਖ ਜਿਨ ਜੀਓ ਪਿੰਡ ਦੀਨਾ, ਕੋਟ ਜਨਮ ਭਰਮੈ ਬਹੁ ਜੂਨਾ। ਜਿਸ ਪਰਮਾਤਮਾ ਨੇ ਤੈਨੂੰ ਸਭ ਕੁਝ ਦਿੱਤਾ, ਜੇ ਕੋਈ ਬੇਮੁਖ ਬੰਦਾ ਉਹਨੂੰ ਭੁਲਾਏਗਾ ਤਾਂ ਉਹਨੂੰ ਕਰੋੜਾਂ ਜੂਨਾਂ ਵਿੱਚ ਭਟਕਣਾ ਪਏਗਾ। ਜੀਓ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨੋਂ ਵਿਸਾਰਿਆ। ਅੱਜ ਉਹ ਕਿਰਤ ਕਣ ਹੋ ਗਏ, ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ ਉਹਨੂੰ ਭੁਲਾ ਕੇ ਇਨਸਾਨ ਅਕਿਰਤ ਕਣਾਂ ਵਾਲਾ ਜੀਵਨ ਬਤੀਤ ਕਰਦਾ। ਮਨ ਕਦੇ ਸੋਚਿਆ ਕਰ, ਦੀਨੇ ਹਸਤ ਪਾਪ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਕਰਤਾਰ ਕਰਨਾ ਮੈਂ ਦੇਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਕਰੈ। ਜਿਹਨੇ ਸਾਰਾ ਕੁਝ ਦਿੱਤਾ ਭਾਈ, ਉਹਦੀ ਕਿਰਪਾ ਨਾਲ ਹੀ ਭਵ ਸਾਗਰ ਤੋਂ ਪਾਰ ਹੋਇਆ ਜਾਣਾ। ਇਸ ਲਈ ਦਿਨ ਰਾਤ ਉਹਦਾ ਸ਼ੁਕਰਾਨਾ ਕਰ। ਕੋਈ ਕੰਮ ਨਹੀਂ ਹੋਇਆ, ਹੋ ਸਕਦਾ ਉਹ ਸਾਡੇ ਫਾਇਦੇ ਵਿੱਚ ਨਾ ਹੋਵੇ, ਕਿਉਂਕਿ ਪਰਮਾਤਮਾ ਸਾਡਾ ਮਾਂ ਹੈ, ਸਾਡਾ ਪਿਤਾ ਹੈ ਪਰਮਾਤਮਾ, ਮਾਤਾ ਪਿਤਾ ਹੈ ਅਕਾਲ। ਮਾਂ ਬਾਪ ਨੂੰ ਪਤਾ ਹੈ, ਹੁਣ ਜਿਹੜਾ ਬੱਚਾ ਛੋਟਾ ਹੋਵੇ ਉਹ ਜਿੱਦ ਨਾਲ ਕਾਰ ਮੰਗੇ, ਮੋਟਰਸਾਈਕਲ ਮੰਗੇ, ਮਾਂ ਬਾਪ ਨਹੀਂ ਲੈ ਕੇ ਦਿੰਦੇ। ਪਤਾ ਵੀ ਇਹਨੂੰ ਚਲਾਉਣਾ ਨਹੀਂ ਆਉਂਦਾ, ਛੋਟਾ ਹੈ, ਲਾਇਸੈਂਸ ਨਹੀਂ ਬਣਿਆ, ਕਾਨੂੰਨੀ ਤੌਰ ਤੇ ਵੀ ਨੁਕਸਾਨ ਹੈ, ਤੇ ਆਪ ਵੀ ਸੱਟ ਫੇਟ ਖਾਏਗਾ, ਕਿਸੇ ਹੋਰ ਦੇ ਵੀ ਮਾਰੇਗਾ। ਜਿੰਨੀ ਮਰਜ਼ੀ ਜਿੱਦ ਕਰੇ ਨਹੀਂ ਮਿਲਦਾ। ਅਸੀਂ ਵੱਡੇ ਹੋ ਕੇ, ਚਲੋ ਛੋਟੇ ਹੁੰਦੇ ਛੋਟੇ ਖਿਡੌਣੇ ਮੰਗੇ, ਜਿਵੇਂ ਜਿਵੇਂ ਵੱਡੇ ਹੁੰਦੇ ਗਏ ਖਿਡੌਣੇ ਵੱਡੇ ਆ ਗਏ, ਤੇ ਫਿਰ ਵੀ ਬਹੁਤ ਚੀਜ਼ਾਂ ਇਹੋ ਜਿਹੀਆਂ ਮੰਗ ਰਹੇ ਹਾਂ ਜਿਹੜੀਆਂ ਸਾਡੇ ਲਈ ਲਾਹੇਵੰਦ ਫਾਇਦੇਮੰਦ ਨਹੀਂ। ਲੇਕਿਨ ਪਰਮਾਤਮਾ ਸਾਡਾ ਮਾਤਾ ਪਿਤਾ ਹੈ, ਉਹਨੂੰ ਪਤਾ ਮੈਂ ਕੀ ਦੇਣਾ ਕੀ ਨਹੀਂ ਦੇਣਾ। ਤੇ ਅਸੀਂ ਕਈ ਵਾਰ ਕਈ ਗੱਲਾਂ 'ਚ ਜਿੱਦ ਕਰਕੇ ਮੰਗਦੇ ਆ, ਫਿਰ ਉਹ ਚਲੋ ਦੇ ਤਾਂ ਦਿੰਦਾ, ਪਰ ਜਿਹੜੀ ਚੀਜ਼ ਜਿੱਦ ਨਾਲ ਮੰਗੀ ਹੋਵੇ ਉਹ ਕਈ ਵਾਰ ਨੁਕਸਾਨਦੇਹ ਹੋ ਜਾਂਦੀ, ਫਿਰ ਉਹ ਰਜਾ ਨਹੀਂ। ਤੇ ਮਹਾਰਾਜ ਤਾਂ ਕਹਿੰਦੇ ਆ, ਸੋ ਸਿੱਖ ਬੰਦ ਸਖਾ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਹੁਕਮ ਰਜਾ ਵਿੱਚ ਚੱਲੇ, ਉਹ ਗੁਰੂ ਦੇ ਨਾਲ ਸਾਰੇ ਰਿਸ਼ਤੇ ਉਹਦੇ ਜੁੜ ਜਾਂਦੇ ਆ। ਤੇ ਜਿਹੜਾ ਆਪਣੀ ਮਰਜ਼ੀ ਨਾਲ ਹੀ ਸਾਰਾ ਕੁਝ ਕਰਨਾ ਚਾਹਵੇ, ਜਾਂ ਆਪਣੀ ਮਰਜ਼ੀ ਨਾਲ ਗੁਰੂ ਪਰਮਾਤਮਾ ਨੂੰ ਚਲਾਉਣਾ ਚਾਹਵੇ, ਉਹ ਰਜ਼ਾ ਨਹੀਂ ਮੰਨੀ ਜਾਂਦੀ। ਉਹ ਤਾਂ ਇਨਸਾਨ ਕਹਿੰਦਾ ਮੇਰੀ ਮਰਜ਼ੀ ਨਾਲ ਸਭ ਕੁਝ ਹੋ ਰਿਹਾ। ਫਿਰ ਇਹੋ ਜਿਹੇ ਹੰਕਾਰ ਕਰਨ ਵਾਲੇ ਨੂੰ ਥਾਂ ਕੋਈ ਨਹੀਂ, ਉਹਨੂੰ ਢੋਈ ਕੋਈ ਨਹੀਂ। ਇਸ ਲਈ ਪਾਤਸ਼ਾਹ ਕਹਿੰਦੇ, ਭਾਈ ਸ਼ੁਕਰਾਨਾ ਕਰੋ, ਤੁਮ ਦੇਵੋ ਸਭ ਕੁਛ ਦਇਆ ਧਾਰ, ਹਮ ਅਕਿਰਤ ਕਨਾਰੇ। ਲਾਭ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ, ਤੁਝ ਤੇ ਬਾਦ ਕਿਛ ਨਹੀਂ ਭਵ ਘਟ ਨਹਾਰੇ। ਕਹੋ ਨਾਨਕ ਸ਼ਰਨ ਦਇਆਲ, ਗੁਰ ਲੇਹੋ ਮੁਗਧ ਉਦਾਰੇ। ਸਾਨੂੰ ਮੂਰਖਾਂ ਨੂੰ ਉਧਾਰ ਸਾਡਾ ਕਰੋ, ਸਾਨੂੰ ਸਮਤ ਬਖਸ਼ਿਸ਼ ਕਰੋ, ਕਿਤੇ ਸਾਡਾ ਜੀਵਨ ਕਿਰਤ ਕਣਾਂ ਦੀ ਤਰ੍ਹਾਂ ਬਤੀਤ ਨਾ ਹੋ ਜਾਏ। ਜੋ ਤੁਸੀਂ ਦਿੱਤਾ ਅਸੀਂ ਤੁਹਾਡਾ ਸ਼ੁਕਰਾਨਾ ਕਰੀਏ। ਸਾਨੂੰ ਆਪਣੇ ਸ਼ੁਕਰਾਨੇ ਵਿੱਚ ਜੋੜੋ। ਆਪ ਜਪਾਏ ਜਪੈ ਸੋ ਨਾਉ, ਜਦੋਂ ਉਹਨੇ ਜਪਾਉਣਾ ਉਦੋਂ ਹੀ ਜਪਿਆ ਜਾਣਾ। ਲੇਕਿਨ ਅਰਦਾਸ ਕਰਨਾ ਸਾਡਾ ਫਰਜ਼ ਹੈ। ਅਰਦਾਸ ਕਰੀਏ ਕਿ ਪਾਤਸ਼ਾਹ ਅੱਠੇ ਪਹਿਰ ਆਪ ਜੀ ਦਾ ਨਾਮ ਚਿਤ ਆਵੇ। ਜੇ ਅਸੀਂ ਕਹਿੰਦੇ ਹਾਂ ਨਾ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ, ਇਹ ਅਰਦਾਸ ਹਰ ਰੋਜ਼ ਕਰੋ, ਦਿਨ ਰਾਤ ਕਰੋ। ਉਹ ਪਿਆਰੇ ਮਿਲਣਗੇ ਜਿਹੜੇ ਆਪ ਵੀ ਜਪਦੇ ਨੇ, ਤੁਹਾਨੂੰ ਵੀ ਜਪਾਉਣਗੇ। ਤੇ ਪ੍ਰਮਾਤਮਾ ਦਾ ਨਾਮ ਜਪਣਾ ਇਹੀ ਸਾਡੇ ਜੀਵਨ ਦਾ ਮਨੋਰਥ ਹੈ। ਉਹਦਾ ਧੰਨਵਾਦ ਕਰਨਾ, ਸ਼ੁਕਰਾਨਾ ਕਰਨਾ ਸਾਡੇ ਜੀਵਨ ਦਾ ਮਨੋਰਥ ਹੈ। ਤੋ ਸਤਿਗੁਰੂ ਕਿਰਪਾ ਕਰਨ, ਕੋਈ ਅਕਿਰਤ ਕਣਾਂ ਵਾਲਾ ਔਗਣ ਨਾ ਸਾਡੇ ਅੰਦਰ ਪ੍ਰਵੇਸ਼ ਕਰ ਜਾਏ। ਅਸੀਂ ਨਾ ਸ਼ੁਕਰੇ ਨਹੀਂ ਬਣਨਾ, ਜੋ ਰੱਬ ਨੇ ਦਿੱਤਾ ਅਸੀਂ ਸ਼ੁਕਰਾਨਾ ਕਰਕੇ ਉਹਦੇ ਪਿਆਰ ਕਰਨ ਵਾਲਿਆਂ ਦੀ, ਜਿਨ੍ਹਾਂ ਨੂੰ ਉਹ ਪਿਆਰ ਕਰਦਾ, ਉਸ ਲਾਈਨ ਵਿੱਚ ਖੜਨਾ। ਅਸੀਂ ਉਹਦਾ ਧੰਨਵਾਦ ਔਰ ਉਹਦਾ ਸ਼ੁਕਰਾਨਾ ਕਰਕੇ, ਇਹ 'ਚ ਉਹਨੂੰ ਕੋਈ ਫਾਇਦਾ ਨਹੀਂ, ਫਾਇਦਾ ਇਹਦੇ ਵਿੱਚ ਸਾਡਾ ਹੀ ਹੋਏਗਾ। ਪ੍ਰਮਾਤਮਾ ਖੁਸ਼ ਹੋਏਗਾ, ਫਿਰ ਹੋਰ ਵੀ ਦਾਤਾਂ ਉਹ ਖੁੱਲੀਆਂ ਸਾਡੇ ਝੋਲੀ ਵਿੱਚ ਪਾਉਂਦਾ। ਤੁਸੀਂ ਆਮ ਕਿਸੇ ਤੋਂ ਇੱਥੇ ਕੰਮ ਲੈ ਕੇ ਜੇ ਉਹਦਾ ਧੰਨਵਾਦ ਨਾ ਕਰੋ, ਅੱਗੇ ਤੋਂ ਗੱਲ ਨਹੀਂ ਸੁਣਦਾ। ਪਰ ਪ੍ਰਮਾਤਮਾ ਦਾ ਚਲੋ ਸੁਭਾਅ ਇਹੋ ਜਿਹਾ ਨਹੀਂ, ਪਰ ਫਿਰ ਵੀ ਰੱਬ ਦੇਣ ਲੱਗਿਆ ਤਾਂ ਸੋਚਦਾ ਹੈ ਨਾ, ਭਾਈ ਇਹ ਵਾਅਦਾ ਕੀ ਕਰਦਾ, ਤੇ ਬਾਅਦ ਵਿੱਚ ਗੱਲ ਤੇ ਰਹਿੰਦਾ ਨਹੀਂ। ਜਦੋਂ ਪ੍ਰਮਾਤਮਾ ਕੋਈ ਬਚਨ ਕਰਦਾ ਹੈ, ਉਹ ਆਪਣੀ ਗੱਲ ਤੇ ਅਟਲ ਹੈ। ਤੇ ਸਾਨੂੰ ਵੀ ਚਲੋ ਹੋਰ ਨਹੀਂ ਸਮਝ ਆਉਂਦਾ, ਅਸੀਂ ਧੰਨਵਾਦ ਤਾਂ ਕਰ ਹੀ ਸਕਦੇ ਹਾਂ, ਸ਼ੁਕਰਾਨਾ ਤਾਂ ਕਰ ਹੀ ਸਕਦੇ ਹਾਂ। ਇਹ ਤਾਂ ਕੋਈ ਔਖਾ ਕੰਮ ਨਹੀਂ ਹੈ। ਧੰਨਵਾਦ ਸ਼ੁਕਰਾਨਾ ਕਰਦੇ ਕਰਦੇ ਇੱਕ ਦਿਨ ਅਸੀਂ ਉਸ ਵੱਡੇ ਦੀਆਂ ਵਡਿਆਈਆਂ ਕਰਦੇ, ਉਸ ਵੱਡੇ 'ਚ ਸਮਾ ਜਾਂਦੇ ਹਾਂ, ਸਾਡਾ ਜੀਵਨ ਸਫਲ ਹੋ ਜਾਂਦਾ।
आओ उस परमात्मा ਦੀਆਂ ਸਿਫਤਾਂ ਨਾਲ ਜੁੜੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਰੁਆਲ ਛੰਦ ਦੇ ਅੰਦਰ ਇਹ ਜਿਹੜੇ ਉਹਨਾਂ ਨੇ ਛੰਦ ਨੇ 82 ਨੰਬਰ ਔਰ 83 ਨੰਬਰ, ਇਹਦੇ ਵਿੱਚ ਮਹਾਰਾਜ ਸਾਹਿਬ ਕਹਿ ਰਿਹਾ, परमात्मा देव भेव ना जानही जिह वेद और कतेब। देव ਦਾ ਅਰਥ ਹੈ ਇੱਥੇ ਵਾਵਾ ਮੁਕਤਾ। ਚਲੋ ਜਿਹੜੀ ਗੁਰਬਾਣੀ ਦੀ ਵਿਆਕਰਨ ਹੈ ਉਹ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਲਈ ਰਾਖਵੀਂ ਹੈ, ਅਸੀਂ ਹੋਰ ਕਿਸੇ ਗ੍ਰੰਥ ਲਈ ਨਹੀਂ ਉਸ ਵਿਆਕਰਨ ਨੂੰ ਵਰਤ ਸਕਦੇ। ਪਰ ਫਿਰ ਵੀ ਇੱਥੇ ਦੇਵ ਦਾ ਅਰਥ ਜਿਹੜਾ ਹੈ ਬਹੁਵਚਨ ਦੇਵਤੇ, ਭੇਵ। ਜਿੰਨੇ ਚਲੋ 33 ਕਰੋੜ ਦੇਵਤਿਆਂ ਦਾ ਜ਼ਿਕਰ ਅਸੀਂ ਅਕਸਰ ਕਰਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ। ਸਨਾਤਨ ਮਤ ਦਾ ਇਹ ਵਿਸ਼ਵਾਸ ਹੈ ਪਰਮਾਤਮਾ ਇੰਨਾ ਗੁੱਝਾ ਹੈ, ਇੰਨਾ ਗਹਿਰ ਗੰਭੀਰ ਹੈ, ਉਹਦਾ ਭੇਦ ਕਿਸੇ ਦੇਵੀ ਦੇਵਤੇ ਕੋਲ ਵੀ ਨਹੀਂ। ਸਾਰਿਆਂ ਦਾ ਭੇਦ ਉਹਦੇ ਕੋਲ ਤਾਂ ਹੈ, ਲੇਕਿਨ ਰੱਬ ਦਾ ਭੇਦ ਕਿਸੇ ਕੋਲ ਨਹੀਂ ਹੈ। ਦੇਵ ਭੇਵ ਨਾ ਜਾਣਹੀ ਜਿਹ ਵੇਦ ਔਰ ਕਤੇਬ। वेद ते कतेब, वेद सनातन मत दे ने, कतेब इस्लाम धर्म दे ने। वेद भी चार ने, कतेब भी चार ने। वेद दे विच है जिहड़ा इन्हां दे नाम ने शाम वेद, ऋग वेद, यजुर्वेद, अथर्वण वेद। कलम है वेद अथर्वण हुआ, नाउ खुदाई अलोह पिया। तुसीं असा की बात सुनदे हो, कलयुग दे विच जिहड़ा वो अथर्वण वेद लिखिया गया। ये चारे वेद ने ब्रह्मा जी दे मुखारबिंद तो उचारे गए, उन्हां नूं याद सन। चलो उन्होंने जान तो 4000 साल बाद ये वेद लिखे गए, हिंदुस्तान की धरती ते लिखे गए। और रावण नूं ये चारे वेद जवानी कंठ, ये कोई बहुत बड़े लंबे चौड़े ग्रंथ नहीं, इन्हां दे आकार विच छोटे ने। चलो ज्ञान है, पर ज्ञान विच भी की है? कथा कहानी बेदी आनी, पाप पुन विचार। पुन सिमरत शास्त्र, पुन पाप विचार दे। ये पुन पाप दी विचार है। इत्थे बड़े छोटे दी विचार है। कथा कहानी बेदी आनी, पाप पुन विचार। दे दे लेना, ले ले देना, नरक सुर्ग अवतार। उत्तम मध्यम जाति जिनसी भरम पवै संसार। आ उच्चा है, आ नीवा है, दान देना है, दान लेना है, दान कराउणा है। इहो जी व्याख्या दे विच कीती गई आ। पर इहो जे वेद शास्त्रां सिमरतियां तो बाद की होया? अमृत बाणी, तत्त वखाणी, ज्ञान ध्यान विच आई। फिर तुरकी बाणी, फिर इलाही बाणी आई, ਜਿਹੜੀ ਬਾਣੀ ਸਰਬ ਸਾਂਝੀਵਾਲਤਾ ਦੀ ਗੱਲ ਕਰ ਰਹੀ ਹੈ। ਜਿਹੜੀ ਬਾਣੀ ਪਾਪ ਪੁੰਨ ਦੇ ਨਾਂ ਤੇ ਡਰਾ ਨਹੀਂ ਰਹੀ, ਨਰਕ ਸੁਰਗ ਦੇ ਨਾਂ ਤੇ ਡਰਾ ਨਹੀਂ ਰਹੀ। ਜਿਹੜੀ ਬਾਣੀ ਬੜੀ ਇਮਾਨਦਾਰੀ ਨਾਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦਾ ਸੌਖਾ ਰਾਹ ਦੱਸ ਰਹੀ ਹੈ। ਔਰ ਇਹ ਤੁਰਕੀ ਬਾਣੀ, ਜਿਹੜਾ ਇਸ ਬਾਣੀ ਦਾ ਪੱਲਾ, ਸ਼ਬਦ ਦਾ ਪੱਲਾ ਫੜ ਲਏ, ਉਹਨੂੰ ਅਕਾਲ ਪੁਰਖ ਨਾਲ ਮਿਲਾ ਵੀ ਦਿੰਦੀ ਹੈ। ਇਹ तो ब्रह्म विचार, ਇਹ ब्रह्म विचार है। उस परमात्मा ਦੀਆਂ ਸਿਫਤਾਂ ਨੇ ਬਾਣੀ ਵਿੱਚ। ਨਾਮ ਦੀ ਚਰਚਾ ਹੈ, परमात्मा ਦੀ ਚਰਚਾ ਹੈ, परमात्मा ਦੇ ਸੁਭਾਅ ਦੀ ਚਰਚਾ ਹੈ। परमात्मा ਕਰਦਾ ਕੀ ਹੈ, ਕਿ ਉਹਦਾ ਕੰਮ ਕਰਨ ਦਾ ਤਰੀਕਾ ਕੀ ਹੈ, ਉਹਦੇ ਗੁਣ ਕੀ ਨੇ, ਇਹ ਸਾਰਾ ਕੁਝ ਤੁਰਕੀ ਬਾਣੀ ਦੇ ਅੰਦਰ ਬਿਆਨ ਹੈ। तो ਇਸ ਲਈ ਮਹਾਰਾਜ ਕਹਿੰਦੇ ਨੇ, ਦੇਵ ਭੇਵ ਨਾ ਜਾਣਹੀ ਜਿਹ वेद और कतेब। वेद ਇੱਥੇ ਲਿਖੇ ਗਏ, ਉਚਾਰੇ ਗਏ। वेदां की व्याख्या हुंदी आ रही है, अज भी हो रही है। और कतेब जिहड़े ने इस्लाम धर्म के 4 कतेब ने, अंजील, तुरेत, जंबूर और पाक पवित्र मुकद्दस ग्रंथ उन्हां दा कुरान शरीफ। ये 4 उन्हां दे पाक पवित्र ग्रंथ ने जिन्हां नूं कतेब कहा जांदा। इन्हां कतेबां दे विच भी और वेदां दे विच भी कोई रब दे भेत दियां गल्लां नहीं कि किसी ने यह गल दसी होवे, रब दा भेत दस्या होवे। रब किन्ना वड्डा, रब किन्ना छोटा, रब की खांदा, रब की पाउंदा, रब कदों सौंदा, रब कित्थे रहिंदा, कोई किसी नूं भेत नहीं। ये धार्मिक ग्रंथ ने जिन्हां दी चर्चा भी बहुत है, लोगों ने पढ़िया सुनिया विचारिया भी इन्हां नूं बहुत है। तो महाराज साहब कहंदे ये भी भेद नहीं जानते। कोई देवी देवता का भेद नहीं जानता, कोई गुरु पीर, कोई पीर फकीर महारथी, कोई भी जपी तपी इस दुनिया ते ऋषि मुनि जोगी अज भी है ते आए, सन्यासी जंगम सरेवड़े जोगियां दे 12 पंथ बड़े आए, लेकिन रब का भेद किसी कोल नहीं। कोई भी रब का भेद नहीं जानते। इन्हां विचों वाहिगुरू नूं पूर्ण तौर ते बयान करन दी किसी कोले समर्था नहीं। हाँ, उहदे नेड़े तेड़े दी व्याख्या जरूर हो रही है।
परमात्मा के गुण दसे जा रहे, पर कोई मुकम्मल करके बयान कर दे भी बस रब आ इत्थे तक मुकम्मल होंदा है, इस तो अगे रब नहीं, ये समर्था किसी कोले भी नहीं। इदां दे अल्फाज, पैमाना, नाप तोल, तकड़ी, तराजू किसी ग्रंथ कोल भी नहीं, किसी पीर पैगंबर देवी देवते कोले नहीं। असमर्थ ने कि दस सकण परमात्मा कितना वड्डा। कलगीधर पातशाह कहंदे कोई भी इन्हां तो परमात्मा दा भेद नहीं जानदा। गुरबाणी नाल जुड़िया रब दी बेअंतता दा पता लगदा, अंत नहीं। मैं फिर बेनती ध्यान नाल सुणियो, गुरबाणी पढ़िया रब कितना बेअंत है, कितना वड्डा, कितना विशाल है। बहुता कहीए बहुता होए, जिन्ना आपां कह रहे हैं इस तो भी वड्डा है। जिन्ना असीं देखो जपजी साहब किन्नी परमात्मा की बेअंतता की गल हुई। जाप साहब का एक एक अखर सानू परमात्मा की विशालता तो जाणू करा रहा है। पर यह तो नहीं ना कोई बचन आया भी गुरु गोबिंद सिंह महाराज ने कह दिता हो भाई रब मैं सारा बयान कर दिता, इस तो अगे रब नहीं है। उसकी बेअंतता का जिक्र हो रहा है। अंत ना सिफती कहन ना अंत, अंत ना करना देण ना अंत, अंत ना वेखण सुनना अंत, अंत ना जापै क्या मन मंत, अंत ना जापै कीता आकार, अंत ना जापै पारावार, अंत कारण केते बिललाहे ताके अंत ना पाए जाए। एहो अंत ना जाने कोई, ओदा अंत कोई नहीं जानता, बेअंतता है। तो महाराज कई कह देंगे आप शायद जपजी साहब तुहानू याद होवे कि जी गुरु नानक साहब ने कहा पाताला पाताल लख आगासा आगास। साडे कथा करने वाले भी कई यही कहते हैं गुरु नानक साहब ने कहा पाताला पाताल लख आगासा आगास। गुरु नानक साहब ने नहीं कहा। अगली तुक पढ़ो, मारे कहते ओढ़ भाल थके वेद कहन। वेद कह रहे हैं कि लख पताल ते आकाश ने, ब्रह्मा जी ने कहा है, गुरु नानक साहब ने नहीं कहा। उन्होंने तो हमारे कहते वेल ना पाईया पंडिती जे होवे लेख पुराण, उन्होंने तो थित वार ना जोगी जाना है। रुत माहो ना कोई, पातशाह कहते उन्होंने कोई रुत नहीं पता, कोई थित नहीं पता, कोई वार नहीं पता, कोई समा नहीं पता कि रब कित्थों कदों पैदा होया। सहस 18 है कहन कतेबा, सहस 18 कहन कतेबा, असलू एक धात लेखा होए तां लिखी है, लेखा होए विनाश नानक वड्डा आखिया। गुरु नानक की कह रहे हैं आपे जाने आप, रब अपने आप नू आप ही जानदा। किन्ने पताल किन्ने आकाश सानू कुछ नहीं पता, अणगिणत है सारा कुछ। तो महाराज साहब कह रहे हैं कि परमात्मा तेरा भेद वेद कतेब सिमरत शास्त्र कोई नहीं जान सकता। सारे तेरी बेअंतता का जिक्र कर रहे हैं, तेरे गुणों का जिक्र कर रहे हैं, तू कितना वड्डा ये दस रहा, पर तू करना की है? बिंद झट नू कल परसों नू दिन रात की कर देना, यदा भेद किसी नू। रूप रंग ना जात पात। चलो कुछ जेडे ज्यादा पंजाबी बोली की मुहारत रखते हैं जां गुरबाणी व्याकरण की मुहारत, उन्होंने कहा कि जात नहीं जात पाठ करना, जजे दे पैर च बिंदी ला। जे जात करांगे तो ये अर्थ जाना बन जाएंगे। ते जात पात जदों नाल आ गई फिर जात, फिर समझ आएगा कि जात पात की गल हो रही है। रूप रंग ना जात पात सो जानी कह जेब, जेब का अर्थ हुंदा नुहार शोभा। ना कोई ओदा रूप बयान कर सकता है, ना ओदा कोई रंग दस सकता है, ना परमात्मा की जात की है, ओदा गोत की है, यह भी कोई नहीं दस सकता। पात का अर्थ हुंदा ओदा कुल, ओदा खानदान। जिवें आपां कहने हैं जी फलाना राजा फलाने कुणबे दे विचों आ। जिवें अज भी आपां किसी नूं पुछीए ते बुजुर्ग दसदे असीं साडे दादे हुणी इन्ने भरा सी, असीं फलाने खानदान विचों आ, साडा फलाना खानदान है, फलानी कोल है साडी, ओह चली आ रही है। दस्सण लई साडे कोल हुंदियां इहो जिहियां गल्लां, नानकिआं दे विचों, दादकिआं दे विचों, सहुरिआं दे विचों, सारिआं दा किते ना किते कोई ये सिस्टम पीढ़ी दर पीढ़ी कुर्सीनामा चलदा है। लेकिन रब दा इहो जिहा कोई कुर्सीनामा नहीं है कि जिथों असीं पता ला सकीए रब दा पिता कौन है, रब दे पिता दा पिता कौन है, ओहदा पड़दादा कौन है, ओहदा लक्कड़दादा कौन है, इहदे बारे सानूं कोई नहीं पता। तो मारे कहंदे आ ओहदे कुल खानदान दा नहीं, कित्थों होया किवें होया कह ना सकै कोऊ तू कद का। भट्ट साहबान कह रहा सेवक कह भरपूर जुग जुग, वाह गुरु तेरा सब सदका, निरंकार प्रभ सदा सलामत कह ना सके को तू कद का। कोई नहीं कह सकता तू कदों दा है। ब्रह्मा विष्णु सिरत है अगंत, ब्रह्मा की साजना तुसी कीती, सिरे का मतलब सिरजिया उन्होंने, तिन को मोह भया मन मद का, 84 लख जो नो पाई।
रिज्क दिया सब हूं को तद का, सारियां नूं तू रिज्क भी दे रहा है, पर सेवक के भरपूर जुग जुग वहां गुरु तेरा सब सदका, तेरे सदका हो रहा, पर तू कदों दा ये किसी नूं कोई नहीं पता। पिता का जन्म के जन है पुत, किसी नूं कोई नहीं पता। परमात्मा अकथ है भाई, कोई कथन नहीं कर सकता। तू अकथ क्यों कथिया जाए। कथ का मतलब कथना, जिवें आपां कहने जी कथा करो, असीं कथा सुन के आए, असीं कथा कर रहे हैं, कुछ ना कुछ असीं कथन कीता तां ही ना। लेकिन रब अकथ, कथन तो बाहर, इत्थे असीं घंटियां बद्धी, महीनियां बद्धी, सालां बद्धी साडा जीवन सारा लग्या रवे, एक सेकेंड भी असीं कथा बंद ना करिए, 2-2 3-3 घंटियां बाद कथा बदली जान, अठे पैर लगे रहिए, तां भी उस परमात्मा दा अंत कथिया नहीं जा सके। किसी नूं भी एक गल मुका के उठना औखा हो जाएगा कि बस जी रब की व्याख्या मुकम्मल हो गई, हुण इस तो अगे रब की व्याख्या नहीं हो सकती। समय मुकम्मल हो सकते आ, दिते हुए समय खत्म हो सकते आ, जिन्ने दिन असीं कथा रखी आ वो दिन खत्म हो सकते आ, लेकिन उस अकथ वाहिगुरु की कथा खत्म नहीं हो सकती। ये निरंतर इदां ही चलती रहेगी। तो मारे कहते क्या हो कथी कथे कथ देखा, मैं अकथ ना कथना जाई, अकथ ना कथना जाई, क्या हो कथी, क्या कथिए। उस अकथ वाहिगुरु की कथा नूं बयान नहीं हो सकता, ताई तो बोलन लग्या कहना पैंदा तेरे कवन कवन गुण कह कह गावां, तू साहिब गुणी निदाना, तुमरी महिमा वर्ण ना सको, तू ठाकुर ऊंच भगवाना, तू इन्ना उच्चा है, तू इन्ना बेअंत है, तेरे केड़े केड़े गुण का असीं जिक्र करिए, केड़े केड़े गुण नूं बयान करिए। कोई गुण नूं शुरू करदे आ समा खत्म हो जाता, गुण हले विच ही रह जाता, इन्ना तू बेअंत है। तो मारे कहते कोई भी पूर्ण तौर पर भाई नहीं कर सकता। गुरु नानक साहब ने भी क्या, होर केते तुदनों गावन से मैं चित ना आवन, नानक क्या विचारे। उपर सारियां दा पहला जिक्र किया, सोदर की पौड़ी तुहानूं याद है, जदों असीं पढ़दे आ जपजी साहब विच भी पढ़दे आ, सोदर असीं रहरास साहब विच भी पढ़दे आ, लेकिन सारियां दा जिहड़े अदृष्ट ने उन्हां दा भी जिक्र है, जिहड़े दृष्टमान संसार विच सिद्ध नाथ जोगी उन्हां दा भी जिक्र है, पर सारियां दा जिक्र करन तो बाद की क्या, होर केते तुदनों गावन, हले होर पता नहीं किन्ने क गा रहे ने, से मैं चित ना आवन, मेरे चित च नहीं आ रहे, मेरे चेते च नहीं आ रहे। नानक क्या विचार, नानक की विचार करके दस सकदा, इन्ने बेअंत ने जिहड़े तैनूं गा रहे आ। मारे कहंदे सो जानी ही कह जेब, परमात्मा दे रूप रंग जात पात का किसी नूं नहीं पता, कोई दस ही नहीं सकता। जानी कह जेब, जेब का अर्थ है नुहार शोभा, आपां कहने ना जी नुहार बड़ी सोहनी है, बहुत सोहना देखण बाखण नूं बड़ी शोभा, बड़ा फबदा है, पर ओदी नुहार किहो जी है कोई नहीं जान सकता। साहिबे कमाल, साहिबे जमाल, साहिबे जलाल, ये शब्द असीं वरत रहे हैं, सत्कार विच वरत रहे हैं, सरवरे कायनात, ये सत्कार के शब्द ने, लेकिन कोई देख के बयान नहीं कर सकता कि मैं रब वेख्या, उहदी नुहार इहो जी है, उहदा चेहरा मोहरा इहो जिहा, उहदा महांदरा इहो जिहा, ये नहीं दस्या जा सकता। कोई नहीं जान, पिता का जन्म के जन है पूत कवन, महाराज साहब कहते आ दसम पातशाह ने अकाल उस विचित्र नाटक में क्या, पिता जन्म जिम पूत ना पावे, कहां तवन का भेद बतावे। जिन्हों बाणी च क्या, पिता का जन्म के जन है पूत, सगल पुरोई अपने सूत, पिता के जन्म नूं जिवें पुत नहीं जान सकता, तो असीं सारी रब की औलाद आ, सानूं उहदे बारे दसना ये औखा है कि साडा पिता परमात्मा देखण विच किहो जिहा है। हाँ, उहदे गुणां राहीं असीं दस सकदे, उस परमात्मा दे गुणां दा असीं जिहड़ा है वो असीं दस सकदे हां कि अकाल पुरख वाहिगुरू परमात्मा किहो जिहा है, लेकिन आकार दे विच बयान करना औखा है। आ सारे जाप साहब बाणी, जपजी साहब बाणी, तुरकी बाणी, एक ओंकार तो लैके 18 10 20 तक सारियां परमात्मा दीयां सिफतां ते उहदे गुण ही ने, जिहड़े महाराज साहब ने बयान कीते। तात मात ना जात जाकर जन्म मरण विहीन, तात दा अर्थ हुंदा मां, तात मात मुर अलख अराधा। धन गुरु गोबिंद सिंह पातशाह ने अपने पिता धन गुरु तेग बहादुर साहब ने भी वचन कहे, बहु विद जोग साधना साधा, तिन जो करी अल्लाह की सेवा, तां ते भय
प्रसन्न गुरुदेवा तात मात ना जात जाकर जन्म मरण विहीन, ना कोई ओदी मां है ना कोई ओदा पिता है ना कोई ओदी जात है। अज तो संसार बड़ा जातां पातां च वंडिया होया। सिख भी दसन लग्या कहंदा जी असीं फलाने सिख हां, पहलों अपनी जात लाउंदा अगे मैं फलाना सिख हां। सिख दी जात आम तुसीं साडे घरां विच भी छोटे छोटे स्टिकर लगे आ, साडी मर्यादा विच भी लिखिया होया सिख दी कोई जात नहीं, जिहदी जात है वो सिख नहीं। पर फिर भी इन्हां चीज़ां नूं बढ़ावा दिता जा रहा। और उस परमात्मा दे असीं पुत्र हां जिहदी अपनी जात कोई नहीं, जिहदा अपना कुल कोई खानदान नहीं है, पर फिर भी असीं इन्हां चीज़ां नूं अगे रख के चले। रब दी कोई जात नहीं, असीं रब दी औलाद हां। फिर ये महाराज साहब कहते भाई असीं क्यों जातां पातां च उलझ गए? इत्थे तां एक बाणी, एक गुर, एको शब्द विचार, एक बाणी है, एक गुरु है, एक संगत है, एक पंगत है, सारा कुछ एक है। फिर तू दुविधा विच क्यों? सरोवर जेड़े बने सो इसे करके सी भी एक पानी होवे तेरे इशनान लई, कि तेनू ये ना लगे भी फलाने लई उत्थे इशनान करे दूजा उत्थे करे। इको ही पानी साडे गुरु साहिबान भी सरोवर विच इशनान करते रहे आ जिथे आम संगत इशनान करती, कि मन च वितकरा ना कोई रवे। फिर इशनान तो बाद की है? पंगत, लंगर। तुसीं दरबार साहब जाओ पहला लंगर आउंदा है, फिर लंगर में जो बैठते हो उत्थे इको ही पंगत है। हुण उत्थे जाण लग्या कोई जात नहीं पुछ रहा, हर अगे हाथ जोड़े जा रहे हैं। एक पंगत में बैठ के लंगर, फिर उस तो बाद इको ही संगत है। दरबार साहब चलो लंबिया लंबिया कतारां विच असीं खड़दे हां, कौन साडे नाल खड़ा, किन्ने मतलब उत्थे रंग बन नस्ल जात गोत कुल देशां विदेशां दे किन्ने तरह के लोग आउंदे आ, कोई किसी नाल वितकरा नहीं। इको ही लाइन विच खड़ के ते इको जिहे सारे मत्था टेकदे आ, इको जी सारिਆਂ ਲਈ अरदास है, इको जिहा सारिਆਂ ਨੂੰ कड़ाह प्रसाद मिलदे आ, कोई फर्क नहीं। तो सतगुरु कहते हैं एक पिता एक सके मुबारक तू मेरा गुरहाई। समाज जिहड़ा है ये जिहड़े ने शरारती दिमाग वाले लोगों ने लीरो लीर कर दिता। कोई कपड़ा लीरो लीर हो जाए वो पाउण जोगा नहीं रहिंदा, कपड़ा साबित हो तो कुछ बन जाता। जो आप कहने भी तो लीरा लीरा हो गया, लीरा का कोई सूट किवें बनावे, लीरा नूं किवें कोई पावे। अज समाज जात पात धर्म के नाम से लीरो लीर हो गया। बड़ी सौखी गल सी जिहड़ी इन्नी औखी कर दी, बड़ी सीधी गल सी जिहड़ी इन्नी उलझा दी। पढ़े लिखे लोगों को भी समझ नहीं आ रहा भी रब है की। चलो अनपढ़ का तो पता लग गया, अनपढ़ असल जल्दी जुड़ जाता क्योंकि वो शंका कोई नहीं, तर्क कोई नहीं है मन में। अनपढ़ बंदे नूं शंका ते तर्क कोई नहीं है, वो तो धन्ने सेविया बाल बुध। हुण भगत धन्ना जी वर्गे अनपढ़ ने, सीधे सादे खेतीबाड़ी करने वाले ने, एक बाल बुद्धि का मतलब उन्होंने रब नूं इवें सिमरिया जिवें बच्चे के मन में कोई वासना नहीं है, कोई निंदिया नहीं है, कोई चुगली नहीं है, कोई विकार हावी नहीं है। बच्चे का मन जिहड़ा एक कोरा कागज है। इदां दी बिरती नाल जदों भगत धन्ना जी तुरे, धन्ने सेविया बाल बुध परमात्मा की प्राप्ति हो गई। अज असीं बाणी पढ़न लग्या पहला सवाल आ क्यों पढ़नी है, सिमरन करन लग्या पहला सवाल है क्यों करना होएगा की, गुरु घर आउण लग्या क्यों रोज जाना है, क्यों बैठना उत्ते, क्यों सुनना, की हो जाता है। कोई रोटी खाण लग्या नहीं पुछदा रोज क्यों खाई दी है, कोई तन की खुराक लई सवाल नहीं करता भी ये रोज क्यों इनू रोज रोज चाहिए। हार्ट की पंपिंग रोज रोज हो रही है, हर वेले हो रही है, ब्लड का सर्कुलेशन हर वेले साडे अंदर दौड़ रहा, किडनियां अपने हिसाब नाल हर रोज वर्क कर रही, इन्हां दे कदे कोई सवाल नहीं है। जपजी साहब पढ़न लग्या सवाल नहीं। फिर इहो जी बिरती विच हुण गुरु किवें वसे, इहो जी बिरती विच परमात्मा किवें वसे, अकाल पुरख किवें वसे। तो इसलिए महाराज साहब कहते हैं भाई परमात्मा जिहड़ा है तात मात ना जात जाकर जन्म मरण विहीन, विहीन का अर्थ हुंदा रहत। परमात्मा माता पिता जातां पातां और परमात्मा जिहड़ा जन्म मरण तो रहत है, वो सारियां गल्लां तो रहत है, जन्म मरण तो। गुरु अमरदास पातशाह कह रहा जे लोड़ है वर बालड़िए भाई, जे तू सदा सुहागण होना ना आ मैं तेनू वर दसां, तेनू इहो जिहा वर लभ के दियांगा। असीं सारे जीव रूप इस्त्री आना, तू इहो जिहा वर लभ जिहड़ा कदे मरे ही ना। जिहड़ा वर नहीं मरेगा ते तू विधवा नहीं होएगी, कदे रंडेपा नहीं कटना पएगा।
ਤੂੰ ਸਦਾ ਅੱਜ ਸਾਡੇ ਬਜ਼ੁਰਗ ਸੀਸ ਦਿੰਦੇ ਆ ਨਾ ਸਾਡੀਆਂ ਬੱਚੀਆਂ ਨੂੰ, ਸਦਾ ਸੁਹਾਗਣ ਰਹੋ, ਪਰ ਉਹ ਸੀਸ ਝੂਠੀ ਹੈ। ਪਰ ਗੁਰੂ ਸਾਹਿਬ ਕਹਿੰਦੇ, ਗੁਰੂ ਅਮਰਦਾਸ ਸਾਹਿਬ ਕਹਿੰਦੇ, ਆ ਮੈਂ ਇਹੋ ਜਿਹਾ ਵਰ ਦਵਾਂ, ਜੇ ਲੋੜੈ ਵਰ ਬਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ। ਆ ਮੈਂ ਤੈਨੂੰ ਇਹੋ ਜਿਹਾ ਵਰ ਦਵਾਂ, ਸਦਾ ਹੋਵੇ ਸੁਹਾਗਣੀ ਹਰ ਜੀਓ, ਮਰੈ ਨਾ ਜਾਏ ਰਾਮ। ਤੂੰ ਸਦਾ ਸੁਹਾਗਣ ਹੋ ਜਾਏਂਗੀ, ਕਿਉਂਕਿ ਰੱਬ ਨੇ ਕਦੇ ਮਰਨਾ ਹੀ ਨਹੀਂ। ਤਾਂ ਹੀ ਤਾਂ ਕਬੀਰ ਸਾਹਿਬ ਨੇ ਕਿਹਾ, ਕਹੋ ਕਬੀਰ ਮੋਏ ਵਿਆਹੇ ਚੱਲੇ हैं, ਪੁਰਖ ਏਕ ਭਗਵਾਨਾ। ਮੈਨੂੰ ਰੱਬ ਵਿਆਹ ਕੇ ਲੈ ਗਿਆ, ਮੈਂ ਜੀਵ ਰੂਪ ਇਸਤਰੀ ਸਦਾ ਹੀ ਸੁਹਾਗਣ ਹੋ ਗਈ। तो महाराज कह रहे हैं भाई, परमात्मा ना जमदा है ना मरदा, ना ਉਹਦੇ माता पिता है, चक्कर बकर फिरै चतर चक मानी पुरतीन। परमात्मा चक्कर ਦਾ ਅਰਥ ਹੈ ਚਾਰੇ ਪਾਸੇ, ਤੇ ਜਿਹੜਾ ਚੱਕਰ ਬਕਰ ਦਾ ਅਰਥ ਹੈ ਭਿਆਨਕ ਟੇਢਾ। परमात्मा ने चारे पासे एक ਜਿਹੜਾ ਕਾਲ ਦਾ ਭਿਆਨਕ ਟੇਢਾ ਚੱਕਰ ਚਲਾਇਆ ਹੋਇਆ। ਜੀਵ ਜਨਮ ਲੈ ਰਹੇ ਨੇ, ਮਰ ਰਹੇ ਨੇ। ਤੁਸੀਂ ਖੂਹ ਦੀਆਂ ਟਿੰਡਾਂ ਵੇਖੀਆਂ ਹੋਣਗੀਆਂ, ਜਦੋਂ ਆਉਂਦੀਆਂ ਨੇ ਪਾਣੀ ਦੀਆਂ ਭਰੀਆਂ ਹੁੰਦੀਆਂ ਨੇ, ਪਰ ਜਦੋਂ ਜਾਂਦੀਆਂ ਨੇ ਖਾਲੀ ਜਾਂਦੀਆਂ ਨੇ। ਇਨਸਾਨ ਜਦੋਂ ਆਉਂਦਾ ਹੈ, ਇਹਦੇ ਕੋਲੇ ਸਵਾਸ ਹੁੰਦੇ ਆ, ਇਹਦੇ ਕੋਲੇ ਗੁਣ ਹੁੰਦੇ ਆ, ਮੁੱਠੀਆਂ ਬੰਦ ਹੁੰਦੀਆਂ ਨੇ ਇਹਦੀਆਂ। ਉਹ ਮੁੱਠੀਆਂ ਬੰਦ ਦਾ ਮਤਲਬ, ਕਿਸੇ ਵਿਦਵਾਨ ਨੇ ਕਿਹਾ, ਬੱਚੇ ਦਾ ਜਨਮ ਹੋਇਆ, ਮੁੱਠੀਆਂ ਬੰਦ ਨੇ, ਤੁਸੀਂ ਖੋਲਣ ਦਾ ਯਤਨ ਕਰੋ, ਨਹੀਂ ਖੁੱਲਦੀਆਂ, ਕਿਉਂਕਿ ਉਹਨਾਂ ਮੁੱਠੀਆਂ ਵਿੱਚ ਸਵਾਸ, ਗੁਣ, ਜ਼ਿੰਦਗੀ, ਜੀਵਨ, ਬੜਾ ਕੁਝ ਰੱਬ ਨੇ ਦੇ ਕੇ ਭੇਜਿਆ। ਜਦੋਂ ਉਹੀ 50, 60, 70, 80, 90 ਸਾਲ ਦੀ ਉਮਰ ਭੋਗ ਕੇ ਜਾਂਦਾ ਹੈ, ਦੋਵੇਂ ਹੱਥ ਖਾਲੀ ਸਿੱਧੇ ਹੋ ਜਾਂਦੇ ਆ। ਤੁਸੀਂ ਮੁੱਠੀਆਂ ਬੰਦ ਕਰੋ, ਨਹੀਂ ਹੁੰਦੀਆਂ। ਕਿਉਂ? ਜਿਹੜਾ ਕੁਝ ਲੈ ਕੇ ਆਇਆ ਸੀ ਕੁਝ ਵੀ ਨਹੀਂ ਰਿਹਾ, ਸਭ ਕੁਝ ਚਲਾ ਗਿਆ। परमात्मा ने किहो जिहा चक्कर चलाया, जदों जीव आया श्वास लेके आया, परमात्मा ने जीवन दान दिता, परमात्मा ने गुण दिते, अपनी याद सिमरती दिती, सिमरन दिता, सेवा, बड़ा कुछ दे के भेजिया। पर जान लग्या खूह दियां टिंडां तरह खाली होके चला गया। गुणा गवाई गंठड़ी, अवगुण चली बन। जो खाली, सानू लगदा भी हथ पैर खाली ने, कुछ नहीं, पर एक जिहड़ा आत्मक जीवन अंदर अगे तुरना आत्मा ने, ਉਹਦੇ ਕੋਲੇ ਤਾਂ ਬੜੇ ਔਗਣਾਂ ਦੀਆਂ ਪੰਡਾਂ ਚੱਕੀਆਂ ਹੋਈਆਂ ਨੇ, ਉਹ ਤਾਂ ਬੜਾ ਕੁਛ ਨਾਲ ਲੈ ਕੇ ਜਾ ਰਹੀ ਆ। ਤਾਂ ਮਹਾਰਾਜ ਕਹਿ ਰਿਹਾ, ਭਾਈ ਜਾਣ ਲੱਗਿਆ ਤਾਂ ਫਿਰ, ਕਿਉਂਕਿ ਜਦੋਂ ਆਇਆ ਸਰੀਰ ਵੀ ਲੈ ਕੇ ਆਇਆ ਸੀ, ਸਰੀਰ ਵੀ ਰੱਬ ਨੇ ਦਿੱਤਾ, ਪਰ ਜਾਣ ਲੱਗਿਆ ਕੀ ਹੋਇਆ? ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜਿਹੜਾ ਤਨ ਲੈ ਕੇ ਆਇਆ, ਜਾਣ ਲੱਗਿਆ ਤਨ ਵੀ ਨਾਲ ਨਹੀਂ ਰਿਹਾ। तो मारे कहते एक काल दा चक्कर चल रहा, बड़ा टेढ़ा, बड़ा भयानक चक्कर है, जिहदी चोट तो कोई बच नहीं सकता, ते जिहदी चोट कोई सहार भी नहीं सकता। कबीर साहब ने ताई कहा, कबीर जम का ठेंगा बुरा है, ओ ना सहया जाए, एक दो साधु मोह मिलियो, तेन लिया अंत ला। जदों जम दी, जदों काल दी चोट वजदी है, तो रावण वर्गे टह गए, सिकंदर वर्गे टह गए, औरंगजेब वर्गे टह गए, बड़े बड़े महारथी जिन्हां दे 48 को अगे पिछे चवर छतर झूल रहे सी, वो भी इस काल मूरे टह गए। और इहो जे टहे उठण जोगे नहीं रहे। इन्नी भी समर्था नहीं कोई आके उन्होंने बाह तो फड़ के उठावे, कहे ते चलो तुसीं अपने काम करो, इदां किवें पए हो। नहीं, उन्होंने 4 जाणियां ने मोढे ते जरूर चक्किया, पर वो बाह तो फड़ के उठण जोगे नहीं रहे। ताई महाराज साहब कह रहा, लिखे जंतर केते, पढ़े मंत्र कोटंग, बचेगा ना कोई, करे काल चोटंग। उस काल दी चोट तो भाई कोई भी नहीं बच सकता। तो महाराज साहब कहते आ, जेड़ा ये मानी पुरतीन परमात्मा जेड़ा इन्ना बेअंत है, तिन्ना भवनां दे विच ओदी मानता है। मात लोक, पताल लोक और आकाश लोक, जिन्ने जीव उत्थे वस रहे आ, सारे उस परमात्मा की मानता उन्होंने मन रहे हैं। कोई ये नहीं कह सकता असं नहीं मानते उसकी होंद नूं, असं उसकी हस्ती नूं नहीं मानते, बल्कि सारे मन रहे हैं, दिलों मन रहे हैं, तनों मनों मन रहे हैं। मनना पैना है, क्योंकि वह मना लेंदा, वो मना लेंदा। जो चंगे भले तुरे जाते थे साह रोकदा ना, फिर मनना पैंदा है। जदों कोई सुत्ता पिया उठदा ही नहीं, फिर मनना पैंदा है। जदों पैसे जमा पहला कराए होण ते डॉक्टर कहण जी हाथ खड़े साइंस दे लै जाओ, उदों मनना पैंदा है। जदों घरों हस तो जाए सो रोवत आवे, हसदा घरों जांदा है, शाम नूं जदों रोंदा आउंदा उदों मनना पैंदा है। वकील तां कहंदा सी केस जित्ते पए आ, जज कहंदा तूं हार गया, उदों मनना पैंदा है। परमात्मा बड़ा बेअंत है, वो कुछ भी कर सकदा है। इसलिए कोई वो चमत्कार करके मनावे तो उस तो पहले ही मान जाइए कि परमात्मा
ਸਾਨੂੰ ਤੂੰ ਜੀਵਨ ਦਿੱਤਾ, ਸਾਨੂੰ ਤੂੰ ਭਜਾਈ ਦੌੜਾਈ ਫਿਰ ਰਿਹਾ, ਇੰਨਾ ਕੁਛ ਕਰ ਰਿਹਾ ਦੇਰ, ਇਸ ਤੋਂ ਵੱਡੀ ਕਰਾਮਾਤ ਅਸੀਂ ਹੋਰ ਕੀ ਵੇਖਣੀਆਂ। ਵੱਡੀ ਗੱਲ ਤੂੰ ਸੁੱਤੇ ਪਿਆਂ ਨੂੰ ਵੀ ਜਿਉਂਦੇ ਰੱਖਿਆ। ਹੁਣ ਤਾਂ ਚਲੋ ਅਸੀਂ ਜਾਗਦੇ ਹਾਂ ਵੀ ਕਿ ਸਾਹ ਨਾ ਕਿਤੇ ਲੈਣਾ ਭੁੱਲ ਜਾਈਏ, ਸੁੱਤੇ ਪਿਆਂ ਤੇ ਵੀ ਨਹੀਂ ਯਾਦ ਹੁੰਦਾ। ਸੁੱਤਾ ਪਿਆ ਤਾਂ ਬੰਦਾ, ਉਹਨੂੰ ਪਤਾ ਹੀ ਨਹੀਂ ਮੈਂ ਪਿਆ ਕਿੱਥੇ। ਉਹ ਤਾਂ ਅਮੀਰ ਗਰੀਬ ਇੱਕ ਬਰਾਬਰ ਹੀ ਹੈ। ਅਮੀਰ ਭੁੱਲਿਆ ਹੁੰਦਾ ਵੀ ਮੈਂ 8 ਲੱਖ ਦੇ ਬੈੱਡ ਤੇ ਪਿਆ, ਤੇ ਗਰੀਬ ਭੁੱਲਿਆ ਹੁੰਦਾ ਮੈਂ ਅਖਬਾਰਾਂ ਤੇ ਪਿਆ, ਉਹਨੂੰ ਕੋਈ ਪਤਾ ਨਹੀਂ। ਨੀਂਦ ਇੱਕ ਉਹ ਜੀ ਦਾਤ ਰੱਬ ਨੇ ਜਿਹੜੀ ਅਮੀਰੀ ਗਰੀਬੀ ਭੁਲਾ ਦਿੰਦੀ ਹੈ। ਅਮੀਰ ਭੁੱਲ ਜਾਂਦਾ ਵੀ ਮੈਂ ਇੰਨੀ ਮਹਿੰਗੀ ਕੋਠੀ 'ਚ ਪਿਆ, ਤੇ ਗਰੀਬ ਨੂੰ ਪਤਾ ਹੀ ਨਹੀਂ ਮੈਂ ਫੁੱਟਪਾਥ ਤੇ ਪਿਆ। ਨੀਂਦ ਹੈ, ਤੇ ਉਸ ਨੀਂਦ ਵਿੱਚ ਤਾਂ ਇਹ ਵੀ ਨਹੀਂ ਯਾਦ ਵੀ ਸਾਹ ਵੀ ਲੈਣਾ, ਰੱਬ ਦੇ ਰਿਹਾ। ਪਰਮਾਤਮਾ ਉਹ ਜਿਹੜੇ ਸੁੱਤੇ ਪਿਆਂ ਦੇ ਸਾਹ ਚਲਾ ਰਿਹਾ, ਉਹ ਪਰਮਾਤਮਾ ਹੈ। ਉਹਦਾ ਨਾਮ ਰੱਬ ਹੈ, ਉਹਦਾ ਨਾਮ ਅਕਾਲ ਪੁਰਖ ਹੈ। ਔਰ ਉਹਨੂੰ ਤਿੰਨਾਂ ਭਵਨਾਂ ਦੇ ਵਿੱਚ ਉਹਦੀ ਮਾਨਤਾ ਹੋ ਰਹੀ ਹੈ, ਲੋਕ ਮੰਨ ਰਹੇ ਆ, ਉਹਦੀ ਪੂਜਾ ਹੋ ਰਹੀ ਹੈ, ਉਹਨੂੰ ਧੰਨ ਕਹਿ ਰਹੇ ਨੇ, ਉਹਦਾ ਸ਼ੁਕਰਾਨਾ ਕਰ ਰਹੇ ਨੇ, ਔਰ ਉਹਦੇ ਹੁਕਮ ਰਜਾਈ ਚੱਲਣਾ, ਉਹਦੇ ਹੁਕਮ ਵਿੱਚ ਚੱਲ ਰਹੇ ਆ। ਕਿਤੇ ਐਸਾ ਨਾ ਹੋਵੇ ਅਸੀਂ ਇਹਦੀ ਮਰਿਆਦਾ ਤੋੜ ਬੈਠੀਏ, ਦਾ ਕੋਈ ਨਿਯਮ ਤੋੜ ਬੈਠੀਏ। ਨਿਯਮ ਤੋੜਨ ਵਾਲਿਆਂ ਨੂੰ ਸਜ਼ਾ ਮਿਲਦੀ ਹੈ। ਰੱਬ ਨੇ ਇੱਕ ਨਿਯਮ ਦੇ ਵਿੱਚ ਇਹ ਸਾਰਾ ਢਾਂਚਾ ਚਲਾਇਆ ਹੋਇਆ। ਜਦੋਂ ਨਿਯਮ ਦੇ ਵਿੱਚ ਕੋਈ ਖਲਬਲੀ ਪਾਉਂਦਾ ਹੈ, ਫਿਰ ਦੁਨੀਆ ਡਿਸਟਰਬ ਹੋ ਜਾਂਦੀ ਹੈ। ਜਦੋਂ ਅਸੀਂ ਕੋਈ ਨਿਯਮ ਤੋੜਦੇ ਆ, ਸਾਨੂੰ ਕਾਨੂੰਨ ਵੀ ਮਾਫ ਨਹੀਂ, ਸੰਸਾਰਕ ਕਾਨੂੰਨ ਵੀ ਮਾਫ ਨਹੀਂ ਕਰਦਾ। ਤੇ ਜਦੋਂ ਕੋਈ ਰੱਬ ਦਾ ਬਣਾਇਆ ਕਾਨੂੰਨ ਤੋੜਦਾ, ਫਿਰ ਰੱਬ ਵੀ ਮਾਫ ਨਹੀਂ ਕਰਦਾ। ਸਜ਼ਾ ਮਿਲਣੀ ਹੈ, ਕਿਉਂਕਿ ਇਹ ਨਿਯਮ ਇੱਕ ਲੈਅਬੱਧ, ਇੱਕ ਮਰਿਆਦਾ, ਇੱਕ ਡਿਸਿਪਲਿਨ, ਇੱਕ ਕਾਨੂੰਨ ਵਿੱਚ ਚੱਲ ਰਿਹਾ ਹੈ। ਤੇ ਇਸ ਲਈ ਮਹਾਰਾਜ ਸਾਹਿਬ ਕਹਿੰਦੇ ਨਿਯਮ ਤੋੜਨ ਵਾਲੇ ਤਾਂ ਗਰਾਊਂਡਾਂ ਵਿੱਚ ਖੇਡ ਹੀ ਨਹੀਂ ਸਕਦੇ। ਇਹ ਰੱਬ ਨੇ ਕਿ ਖੇਡ ਖੇਡੀ ਹੈ। ਤੁਸੀਂ ਆਮ ਜਿਹੜੇ ਆ ਮੈਚ ਵੇਖਦੇ ਹੋ, ਚਾਹੇ ਕ੍ਰਿਕਟ ਦਾ ਹੋਵੇ, ਕਬੱਡੀ ਦਾ ਹੋਵੇ, ਹਾਕੀ ਦਾ ਹੋਵੇ, ਉੱਥੇ ਕੋਚ ਇੰਨੇ ਅੰਪਾਇਰ ਖੜੇ ਹੁੰਦੇ ਆ। ਕੋਈ ਬੱਚਾ ਨਿਯਮ ਤੋੜੇ ਤੇ ਉਹਨੂੰ ਕਾਰਡ ਦਿਖਾਇਆ ਜਾਂਦਾ, ਵਾਰਨਿੰਗ ਦਿੱਤੀ ਜਾਂਦੀ ਆ, ਫਿਰ ਤੋੜੇ, ਫਿਰ ਵਾਰਨਿੰਗ, ਤੀਜੀ ਵਾਰ ਬਾਹਰ ਕੱਢ ਦਿੱਤਾ। ਆਵਨ ਜਾਨ ਇੱਕ ਖੇਲ ਬਣਾਇਆ, ਇੱਕ ਖੇਲ ਹੈ, ਸੰਜੋਗ ਵਿਜੋਗ ਦੇ ਕਾਰ ਚਲਾਵੇ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਦਕਰਖ ਔਰ ਅਕਰਖ ਕਿਹਾ। ਗੁਰੂ ਨਾਨਕ ਸਾਹਿਬ ਨੇ ਉਹਨੂੰ ਸੰਜੋਗ ਦੇ ਵਿਜੋਗ ਕਿਹਾ। ਇਹ ਇੱਕ ਆਉਣ ਤੇ ਜਾਣ ਦੀ ਖੇਲ ਹੈ। ਆ ਸੰਸਾਰ ਗਰਾਊਂਡ ਹੈ। ਜਿਹੜਾ ਇਸ ਖੇਲ ਖੇਲਦੇ ਨੂੰ ਕੋਈ ਕਾਨੂੰਨ ਤੋੜਨ ਦਾ ਯਤਨ ਕਰਦਾ, ਉਹਨੂੰ ਫਿਰ ਪਰਮਾਤਮਾ ਵਾਰਨਿੰਗਾਂ ਦਿੰਦਾ, ਕਾਰਡ ਦਿਖਾਉਂਦਾ। ਤੇ ਰੱਬ ਦਾ ਕਾਨੂੰਨ ਕੀ ਹੈ? ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਆ। ਸਾਰੀ ਰੱਬ ਦਾ ਕਾਨੂੰਨ, ਸੁਭਾਅ, ਨੇਮ, ਮਰਿਆਦਾ, ਡਿਸਿਪਲਿਨ, ਇਹ ਸਾਡਾ ਧਰਮ ਗ੍ਰੰਥ ਸਮਝਾ ਰਹੇ ਆ। ਕੋਈ ਸੁਣ ਕੇ ਵੀ ਨਾ ਸਮਝੇ, ਫਿਰ ਭਾਈ ਚਲਾਨ ਕੱਟਿਆ ਜਾਂਦਾ, ਫਿਰ ਉਹਨੂੰ ਸਜ਼ਾ ਮਿਲਦੀ ਹੈ। ਇਸ ਲਈ ਪਾਤਸ਼ਾਹ ਦੇ ਜੋ ਬਚਨ ਅਸੀਂ ਸੁਣਦੇ ਆ, ਉਹਨਾਂ ਇੱਕ ਇੱਕ ਬਚਨ ਆਪਣੇ ਹਿਰਦੇ ਤੱਕ ਲੈ ਕੇ ਜਾਓ ਤੇ ਸਤਿਗੁਰਾਂ ਅੱਗੇ ਅਰਦਾਸ ਕਰੋ, ਮਹਾਰਾਜ ਸਾਡੀ ਮੱਤ ਬਹੁਤ ਛੋਟੀ ਹੈ, ਤੁਹਾਡੇ ਬਚਨ ਬੜੇ ਵਿਸ਼ਾਲ ਨੇ, ਸਾਡੇ ਨਹੀਂ ਸਮਝ ਆਉਂਦੀਆਂ ਗੱਲਾਂ, ਬਸ ਜਿਉਂ ਭਾਵੈ ਤਿਉਂ ਰਾਖ। ਕਿੰਨਾ ਇੱਕ ਮਹਾਂਪੁਰਸ਼ ਹੋਇਆ, ਉਹ ਕਹਿੰਦੇ ਬਈ ਸਾਡੇ ਕੋਲੇ ਕਈ ਵਾਰ ਇਹੋ ਜਿਹੇ ਸ਼ਬਦ ਨਹੀਂ ਹੁੰਦੇ, ਜਿਵੇਂ ਅਸੀਂ ਅਰਦਾਸ ਕਰਾਉਂਦੇ ਹਾਂ, ਜੇ ਉਹਨੂੰ ਕੋਈ ਤੁਸੀਂ ਕਰ ਲਓ, ਕਹਿੰਦੇ ਜੀ ਮੈਨੂੰ ਕਰਨੀ ਨਹੀਂ ਆਉਂਦੀ। ਇਹੀ ਹੁੰਦਾ ਨਾ, ਜੇ ਆਪਾਂ ਮਾਈਕ ਤੇ ਕਿਸੇ ਨੂੰ ਕਹੀਏ ਤਾਂ ਉਹ ਕਹਿੰਦਾ ਮੈਨੂੰ ਕਰਨੀ ਨਹੀਂ ਆਉਂਦੀ। ਜਾਂ ਸਾਡੇ ਘਰਾਂ 'ਚ ਵਿਚਾਰੇ ਸਿੱਧੇ ਪੱਧਰੇ ਘਰਾਂ 'ਚ ਸਿੱਧੇ ਸਾਦੇ ਬਾਬੇ ਕੰਮ ਕਰਨ ਵਾਲੇ, ਉਹ ਵੀ ਕਹਿੰਦੇ ਜੀ ਅਰਦਾਸ ਕਰਨੀ ਨਹੀਂ ਆਉਂਦੀ ਸੀ, ਕਰਾ ਲੈ। ਮਹਾਰਾਜ ਉਹ ਮਹਾਂਪੁਰਸ਼ ਕਹਿੰਦੇ ਮੈਨੂੰ ਤਾਂ ਅਰਦਾਸ ਕਰਨੀ ਸਿੱਖਣੀ ਨਹੀਂ ਪੈਣੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕਈ ਸ਼ਬਦ ਅਰਦਾਸ ਰੂਪ ਵਿੱਚ ਲਿਖ ਕੇ ਦੇ ਕੇ ਗਏ। ਹੁਣ ਆਹ ਅਰਦਾਸ ਹੀ ਹੈ ਨਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾ। ਇਹ ਅਰਦਾਸ ਹੀ ਤਾਂ ਹੈ। ਭੱਟਾਂ ਨੇ ਕਿਹਾ ਆ ਮੈਂ ਅਰਦਾਸ ਕਰਨੀ ਸਿਖਾਵਾਂ, ਤੇਰੇ ਕੋਲੇ ਬਹੁਤਾ ਸ਼ਬਦਾਂ ਦਾ ਸ਼ਿੰਗਾਰ ਨਹੀਂ, ਤੂੰ ਆ ਸ਼ਬਦ ਜਿਵੇਂ ਲਿਖਿਆ ਉਵੇਂ ਹੀ ਪੜ ਲਈ, ਤੇਰੀ ਅਰਦਾਸ ਹੋਏਗੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਭੈ ਭੂਲੇ, ਸੁਤ ਦਾ ਰਾਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ, ਰਾਖੋ ਸ਼ਰਨਾਈ। ਕਿੰਨੇ ਬਚਨ ਜਿਹੜੇ ਅਰਦਾਸ ਵਿੱਚ ਬਾਣੀ 'ਚ ਲਿਖ ਕੇ ਦਿੱਤੇ, ਔਰ ਉਹ ਬਚਨ ਅਰਦਾਸ ਰੂਪ ਵਿੱਚ ਨੇ। ਤੇ ਜੇ ਉਹ ਬਚਨ ਹੀ ਅਸੀਂ ਪੜ੍ਹਦਿਆ ਕਰੀਏ, ਸਮਝ ਲਓ ਸਾਡੀ ਅਰਦਾਸ ਹੋ ਗਈ। ਰੱਬ ਜੀਓ ਖਸਮਾਂ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਬੁਰੇ ਆ ਭਲੇ ਆ ਅਸੀਂ ਤੁਹਾਡੇ ਆ। ਸਾਡੇ ਕੋਲੇ ਕੋਈ ਹੋਰ ਬਹੁਤੇ ਸ਼ਬਦ ਨਹੀਂ, ਬਸ ਜਿਹੋ ਜੇ ਵੀ ਹਾਂ ਪ੍ਰਵਾਨ ਕਰ ਲਾ, ਸਾਨੂੰ ਪ੍ਰਵਾਨ ਕਰ ਲਾ। ਇੰਨੇ ਬਚਨ ਨੇ। ਚਲੋ ਸਮਾਂ ਸਮਾਪਤੀ ਤੇ ਆ। ਮਹਾਰਾਜ ਸਾਹਿਬ ਨੇ ਤਾਂ ਬੜੀਆਂ ਬਿਆੰਤ ਬਖਸ਼ਿਸ਼ਾਂ ਸਾਡੇ ਤੇ ਕੀਤੀਆਂ ਹੋਈਆਂ, ਪਰ ਅਫਸੋਸ ਦੀ ਗੱਲ ਇਹ ਆ ਕਿ ਕਦੇ ਅਸੀਂ ਇੰਨੇ ਚਾਅ ਨਾਲ ਜਾਂ ਇੰਨੀ ਸਮਝ ਰੱਖ ਕੇ ਬਾਣੀ ਨੂੰ ਪੜ੍ਹਦੇ।
ਕਦੇ ਇਹੋ ਜਿਹੇ ਬਚਨ ਸਿੱਖਣ ਵਾਸਤੇ ਬਾਣੀ ਨਹੀਂ ਪੜ੍ਹਦੇ। ਚਲੋ ਬਾਣੀ ਜੇ ਔਖੀ ਲੱਗਦੀ ਆ, ਇਤਿਹਾਸ ਤਾਂ ਸੌਖਾ ਪੜ੍ਹ ਹੀ ਸਕਦੇ ਆ। ਇਤਿਹਾਸ ਵਿੱਚ ਵੀ ਬੇਅੰਤ ਗੁਰਸਿੱਖਾਂ ਦੇ ਤੁਹਾਨੂੰ ਇਹੋ ਜਿਹੇ ਜੀਵਨ ਮਿਲਣਗੇ ਜਿਨ੍ਹਾਂ ਨੇ ਜਿਹੋ ਜੀ ਵੀ ਅਰਦਾਸ ਆਈ ਉਹੋ ਜੀ ਅਰਦਾਸ ਕਰਕੇ ਪ੍ਰਵਾਨ ਹੋ ਗਏ। ਮਾਤਾ ਭਾਗ ਭਰੀ ਕੋਲ ਕਿਹੜੇ ਸ਼ਬਦ ਸੀ ਅਰਦਾਸ ਵਾਲੇ? ਇੰਨੇ ਹੀ ਸੀ, ਪਾਤਸ਼ਾਹ ਤੁਹਾਡੇ ਲਈ ਮੈਂ ਚੋਲਾ ਬਣਾਇਆ, ਮੇਰੇ ਜਿਉਂਦੇ ਜਿਉਂਦੇ ਆ ਕੇ ਪ੍ਰਵਾਨ ਕਰ ਲਓ। ਮਾਤਾ ਗੁਰਦਈ ਕੋਲੇ ਕਿਹੜੀ ਸਾਡੇ ਵਰਗੀ ਅਰਦਾਸ ਦੇ ਸ਼ਬਦ ਸੀ? ਇੰਨਾ ਹੀ ਕਿਹਾ ਸੀ, ਪਾਤਸ਼ਾਹ ਅੱਖਾਂ ਦੀ ਜੋਤ ਵੀ ਹੁਣ ਤਾਂ ਜਾ ਰਹੀ ਆ, ਸਰੀਰ ਬਿਰਧ ਹੋ ਰਿਹਾ, ਸਵਾਸ ਜਿਹੜੇ ਇਹ ਤੰਦ ਟੁੱਟਣ ਦੇ ਨੇੜੇ ਆ ਰਹੀ ਆ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੂਰ, ਕਿਰਪਾ ਕਰ ਆ ਗਰੀਬਣੀ ਦੀ ਚੋਲੇ ਦੀ ਭੇਟਾ ਪ੍ਰਵਾਨ ਕਰ। ਉਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਵੀ ਸੀ ਭਾਈ ਗੁਲਾਬੇ ਪੰਜਾਬੇ ਨੂੰ ਕਿ ਇਹ ਨਾ ਸੋਚਣਾ ਮੈਂ ਤੁਹਾਡੇ ਘਰ ਰਹਿਣ ਵਾਸਤੇ ਆਇਆ, ਮੈਂ ਤਾਂ ਨਿਹਾਲੇ ਖੱਤਰੀ ਦੀ ਮਾਂ ਨੇ ਬਣਾਇਆ ਹੋਇਆ ਚੋਲਾ ਉਹਦੀ ਭੇਟਾ ਲੈਣ ਵਾਸਤੇ। ਮੈਂ ਮਾਛੀਵਾੜੇ ਹੋਰ ਮੇਰਾ ਆਉਣ ਦਾ ਕੰਮ ਨਹੀਂ ਕੋਈ, ਮੈਂ ਤਾਂ ਉਸ ਬਿਰਧ ਮਾਈ ਦੀ ਭੇਟਾ ਲੈਣ ਵਾਸਤੇ ਆਇਆ। ਪਰ ਜਿਨ੍ਹਾਂ ਕੋਲੇ ਇੱਕ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਦੇ ਕਿਸੇ ਮਾਂ ਪੁੱਤ ਦੋਨਾਂ ਨੇ ਕਿਹਾ ਵੀ ਗੁਰੂ ਨੂੰ ਆਪਾਂ ਪ੍ਰਸ਼ਾਦਾ ਛਕਾਈਏ, ਆਪਾਂ ਰੋਜ਼ ਗੁਰੂ ਘਰ ਛਕਦੇ ਆ, ਆਪਾਂ ਵੀ ਤਾਂ ਕਦੇ ਕਹੀਏ। ਉਹਨਾਂ ਨੇ ਪ੍ਰਸ਼ਾਦਾ ਜਿਹੋ ਜਿਹਾ ਘਰੇ ਬਣਿਆ ਸੱਦਾ ਵੀ ਹੁਣ ਦੇਖੋ ਕਿਸੇ ਹੱਥ ਨਹੀਂ ਭੇਜਿਆ, ਅਰਦਾਸ ਹੀ ਹੈ, ਪਾਤਸ਼ਾਹ ਗਰੀਬਾਂ ਦਾ ਪ੍ਰਸ਼ਾਦਾ ਛਕ ਦਿਓ। ਕੋਈ ਸ਼ਬਦ ਅੱਗੇ ਨਹੀਂ, ਕੋਈ ਪਿੱਛੇ ਨਹੀਂ। ਗੁਰੂ ਹਰਿਰਾਏ ਸਾਹਿਬ ਆਏ, ਘੋੜਾ ਬਾਹਰ ਬੰਨਿਆ, ਇੱਕ ਦੋ ਸਿੱਖ ਨਾਲ ਨੇ, ਟੁੱਟਾ ਜਾ ਮੰਜਾ, ਫਟੀ ਜੀ ਚਾਦਰ ਮਹਾਰਾਜ ਲਈ ਵਿਛਾਈ, ਬੈਠੇ, ਪ੍ਰਸ਼ਾਦਾ ਅੱਗੇ ਰੱਖਿਆ, ਮਹਾਰਾਜ ਛਕ ਰਹੇ ਆ ਤੇ ਮਾਈ ਅਰਦਾਸ ਕਰ ਰਹੀ ਆ। ਪਹਿਲਾਂ ਤਾਂ ਉਹ ਕਹਿ ਰਹੀ ਸੀ ਹਮ ਪਾਪੀ ਤੁਮ ਬਖਸ਼ਣਹਾਰ, ਇੰਨੇ ਪਿਆਰ ਵਿੱਚ ਆ ਗਈ, ਗੁਰੂ ਨੂੰ ਕਹਿ ਰਹੀ ਆ ਤੂੰ ਪਾਪੀ ਮੈਂ ਬਖਸ਼ਣਹਾਰ, ਤੂੰ ਪਾਪੀ ਮੈਂ ਸਿੱਖਾਂ ਨੇ ਹਲੂਣ ਕੇ ਕਿਹਾ ਮਾਂ ਆਪਣੇ ਆਪ ਨੂੰ ਸੰਭਾਲ, ਤੂੰ ਗੁਰੂ ਨੂੰ ਕੀ ਕਹਿ ਰਹੀ ਆ? ਗੁਰੂ ਪਾਪੀ ਥੋੜਾ, ਪਾਪੀ ਤਾਂ ਅਸੀਂ ਆ, ਗੁਰੂ ਬਖਸ਼ਣਹਾਰ ਗਏ। ਗੁਰੂ ਹਰਿਰਾਏ ਸਾਹਿਬ ਨੇ ਮਾਈ ਨੂੰ ਕੁਛ ਨਹੀਂ ਕਿਹਾ, ਸਿੱਖ ਨੂੰ ਕਿਹਾ ਨਾ ਕੁਛ ਨਾ ਕਹਿ, ਇਹ ਅੰਦਰੋਂ ਜੋ ਕਹਿ ਰਹੀ ਹੈ ਇਹਨੂੰ ਕਹਿ ਲੈਣ ਦੇ, ਕਿਉਂਕਿ ਇਹ ਉਹ ਗੁਰਸਿੱਖ ਨੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ, ਇਹ ਅੰਦਰੋਂ ਜਿਹੜਾ ਕੁਝ ਬੋਲ ਰਿਹਾ ਆਉਣ ਦੇ, ਬਾਹਰੋਂ ਸ਼ਬਦ ਇਧਰ ਉਧਰ ਹੋ ਗਏ ਕੋਈ ਫਰਕ ਨਹੀਂ। ਗੁਰੂ ਐਡਾ ਬਿਆੰਤ ਹੈ, ਇਹ ਸ਼ਬਦਾਂ ਦੀ ਮੁਤਾਜ਼ਗੀ ਵਿੱਚ ਵੀ ਨਹੀਂ ਪੈਂਦਾ। ਖੈਰ ਸਤਿਗੁਰੂ ਕਿਰਪਾ ਕਰਨ, ਚਲੋ ਸਮਾਂ ਹੋ ਗਿਆ। ਅੱਜ ਸਾਡੇ ਸਿੱਖ ਕੌਮ ਦੇ ਮਹਾਨ ਯੋਧੇ, ਮਹਾਨ ਸੂਰਵੀਰ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਿਨ੍ਹਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੁੰਦੀ ਆ। ਸਿੱਖ ਕੌਮ ਦੇ ਮਹਾਨ ਉਹ ਥੰਮ ਨੇ ਜਿਨ੍ਹਾਂ ਨੇ ਵੱਡੇ ਵੱਡੇ ਦੁਸ਼ਮਣਾਂ ਤੋਂ ਲੋਹਾ ਬਣਵਾਇਆ ਹੈ। ਵੱਡਾ ਘੱਲੂਕਾਰਾ ਜਦੋਂ ਪੜਿਆ ਜਾਏਗਾ, ਸੁਣਿਆ ਜਾਏਗਾ, ਸੁਣਾਇਆ ਜਾਏਗਾ, ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਬਹਾਦਰੀ ਨੂੰ ਨਮਸਕਾਰ ਹੋਏਗੀ। ਇਹ ਉਹ ਮਹਾਨ ਸੂਰਵੀਰ ਆ ਜਿਨ੍ਹਾਂ ਨੇ ਦਿੱਲੀ ਨੂੰ ਕਿੰਨੇ ਵਾਰ ਫਤਿਹ ਕੀਤਾ। ਦਿੱਲੀ ਦੇ ਤਖਤਾਂ ਤੇ ਇਹ ਸਿੱਖ ਕੌਮ ਦੇ ਘੋੜੇ ਦੇ ਪੌੜ ਪਹੁੰਚੇ ਤੇ ਇਹਨਾਂ ਨੇ ਉੱਥੋਂ ਦੀ ਇੱਕ ਸਿੱਲ ਲਿਆ ਕੇ ਅੰਮ੍ਰਿਤਸਰ ਸਾਹਿਬ ਜਿਹੜੀ ਰਾਮਗੜੀਆ ਬੁੰਗੇ ਦੇ ਵਿੱਚ ਰੱਖੀ, ਤਾਂ ਕਿ ਪਤਾ ਲੱਗੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੂੰ ਕਦੇ ਸਿੱਖਾਂ ਨੇ ਦਿੱਲੀ ਲਾਲ ਕਿਲੇ ਤੇ ਵੀ ਕਬਜ਼ਾ ਕੀਤਾ, ਦਿੱਲੀ ਵੀ ਕਦੇ ਰਾਜ ਕੀਤਾ। ਚਲੋ ਜਿਹੜੀਆਂ ਲਾਲ ਕਿਲੇ ਸੀਸਗੰਜ ਵਾਲੀ ਤਰਫ 7 ਉੱਤੇ ਬੁਰਜੀਆਂ ਬਣੀਆਂ ਨਾ, ਉਹ 7 ਬੁਰਜੀਆਂ ਦਾ ਮਤਲਬ ਕਿ ਇਹ ਦਿੱਲੀ 7 ਵਾਰ ਲੁੱਟੀ ਗਈ, 7 ਵਾਰ ਦੁਬਾਰਾ ਵਸੀ ਹੈ ਤੇ 19 ਵਾਰੀ ਤੱਕ ਖਾਲਸੇ ਨੇ ਦਿੱਲੀ ਨੂੰ ਫਤਿਹ ਕੀਤਾ। ਇੱਕ ਵੀ ਬੁਰਜੀ ਨਹੀਂ ਸਾਡੇ ਨਾਂ ਦੀ, ਉਹ ਵਿਦੇਸ਼ੀਆਂ ਦੇ ਨਾਂ ਦੀ। ਚਲੋ ਵਿਤਕਰਾ ਤਾਂ ਸਾਡੇ ਨਾਲ ਹੁੰਦਾ ਆ ਹੀ ਰਿਹਾ, ਪਰ ਸਾਡੇ ਕੋਲ ਇਤਿਹਾਸ ਬਹੁਤ ਆ। ਬਸ ਅਫਸੋਸ ਫਿਰ ਇਸ ਗੱਲ ਦਾ ਕਿ ਅਸੀਂ ਆਪਣਾ ਇਤਿਹਾਸ ਪੜ੍ਹਿਆ ਨਹੀਂ। ਉਸ ਮਹਾਨ ਯੋਧੇ ਦਾ ਅੱਜ ਚਲਾਣੇ ਦਾ ਦਿਨ ਹੈ। ਉਸ ਮਹਾਨ ਸੂਰਵੀਰ ਨੂੰ ਕੋਟੀ ਕੋਟੀ ਪ੍ਰਣਾਮ। ਔਰ ਤਾਂ ਹੀ ਇਹਨਾਂ ਦੀਆਂ ਇਹ ਸ਼ਹਾਦਤਾਂ, ਉਹਨਾਂ ਦੇ ਇਹ ਜਿਹੜੇ ਅੰਤਮ ਦਿਨ ਮਨਾਏ ਸਫਲ ਹੋਣਗੇ। ਜੋ ਉਹ ਕਰਕੇ ਗਿਆ ਉਹਨਾਂ ਪੂਰਨਿਆਂ ਤੇ ਅਸੀਂ ਚੱਲਾਂਗੇ। ਅੱਜ ਘਰ ਘਰ ਵਿੱਚੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਿਕਲੇ, ਘਰ ਘਰ ਵਿੱਚੋਂ ਸਰਦਾਰ ਬਘੇਲ ਸਿੰਘ ਨਿਕਲੇ, ਘਰ ਘਰ ਵਿੱਚੋਂ ਸਰਦਾਰ ਚੜ੍ਹਤ ਸਿੰਘ ਵਰਗਾ ਪੈਦਾ ਹੋਵੇ, ਘਰ ਘਰ ਵਿੱਚੋਂ ਸਰਦਾਰ ਹਰੀ ਸਿੰਘ ਨਲੂਆ ਪੈਦਾ ਹੋਵੇ, ਘਰ ਘਰ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਯੋਧੇ ਪੈਦਾ ਹੋਣ। ਫਿਰ ਇਹ ਸਿੱਖ ਕੌਮ ਦੁਆਰੇ ਫਿਰ ਆਪਣੀਆਂ ਲੀਹਾਂ ਤੇ ਆਏਗੀ, ਦੁਬਾਰਾ ਫਿਰ ਆਪਣੇ ਵਿੱਚ ਇੱਕ ਨਵੀਂ ਰੂਹ ਫੂਕੀ ਜਾਏਗੀ। ਅਰਦਾਸ ਕਰਿਓ, ਆਪ ਸਤਿਗੁਰੂ ਬਖਸ਼ਿਸ਼ ਕਰਨਗੇ, ਰਹਿਮਤ ਕਰਨਗੇ। ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ, ਸਮੇਂ ਦਾ ਗੇੜ ਹੁੰਦਾ ਹੈ, ਸਮਾਂ ਆਪਣੀ ਰਫ਼ਤਾਰ ਚੱਲਦਾ ਹੈ। ਜਿਵੇਂ ਜਿਵੇਂ ਚੁਣੌਤੀਆਂ ਆਉਂਦੀਆਂ ਨੇ ਉਵੇਂ ਉਵੇਂ ਸਤਿਗੁਰੂ ਆਪਣੇ ਸਿੱਖਾਂ ਨੂੰ ਡਿਊਟੀਆਂ ਲਾ ਕੇ ਪੰਥ ਦੇਸ਼ ਕੌਮ ਦੀ ਸੇਵਾ ਲਈ ਵਰਤ ਕੇ ਤੇ ਕੌਮ ਦੀ ਝੋਲੀ ਉਹ ਸ਼ਹੀਦਾਂ ਦਾ ਜਿਹੜਾ ਉਹਨਾਂ ਦਾ ਸਰਮਾਇਆ ਪਾ ਕੇ ਕੌਮ ਫਿਰ ਇੱਕ ਵਾਰ ਜੀਵਤ ਹੋ ਜਾਂਦੀ ਹੈ। ਮਹਾਨ ਸ਼ਹੀਦਾਂ ਨੂੰ ਨਮਨ ਹੈ, ਕੋਟੀ ਕੋਟੀ ਪ੍ਰਣਾਮ ਹੈ। ਸਤਿਗੁਰੂ ਰਹਿਮਤ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ। तमाम भुलां चुकां दी खिमा देहो सजन असीसड़ियां जो होवे साहिब सो मेल। सारी संगत आनंद साहब दी बाणी च दसना पवित्र करियो जी। फिर आप अरदास बेनती में जुड़ांगे, हुक्मनामे सरवण करके जिमें जिमें वाहिगुरू दा जाप करदे घरां तो आए हो
ਉਸੇ ਤਰ੍ਹਾਂ ਵਾਹਿਗੁਰੂ ਦਾ ਜਾਪ ਕਰਦੇ ਘਰਾਂ ਨੂੰ ਜਾਣ ਦੀ ਕਿਰਪਾਲਤਾ ਕਰਨੀ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ